ਸਰਬ ਸਾਂਝੀ ਵਾਲਤਾ ਦੇ ਰਹਿਬਰ ਸੱਚੇ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਹਜ਼ੂਰ ਜੁੜ ਬੈਠੇ ਸਨਮਾਨਯੋਗ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ। ਗੁਰਫਤਿਹ ਪ੍ਰਵਾਨ ਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਅੰਕ 535 ਦੇ ਉੱਪਰ ਸੁਸ਼ੋਭਿਤ ਰਾਗ ਦੇ ਬੰਗਧਾਰੀ ਦੇ ਵਿੱਚੋਂ ਆਪਾਂ ਅੱਜ ਦਾ ਸ਼ਬਦ ਵਿਚਾਰ ਕਰਨਾ ਸੰਗਤ ਰੂਪ ਦੇ ਵਿੱਚ। ਆਓ ਸਤਿਗੁਰੂ ਅੱਗੇ ਜੋਤ ਦੀਆਂ ਬੇਨਤੀਆਂ ਕਰੀਏ ਕਿ ਸਤਿਗੁਰੂ ਮਨ ਦਾ ਟਿਕਾ ਬਖਸ਼ਣ, ਚਿੱਤ ਦੀ ਇਕਾਗਰਤਾ ਦੀ ਬਖਸ਼ਿਸ਼ ਕਰਨ ਤਾਂ ਕਿ ਅੰਦਰ ਜਾ ਸਕੀਏ। ਕਿਉਂਕਿ ਮਹਾਰਾਜ ਦੇ ਬਚਨ ਨੇ ਕਿ ਬਿਨ ਸ਼ਬਦੇ ਅੰਤਰ ਆ ਹਨੇਰਾ, ਨਾ ਵਸਤਲ ਹੈ ਨਾ ਚੁੱਕੈ ਫੇਰਾ। ਹਨੇਰੇ 'ਚ ਜਾਣ ਤੋਂ ਹਰੇਕ ਪ੍ਰਾਣੀ ਡਰਦਾ ਹੈ, ਕਿਉਂਕਿ ਜੇ ਨਹੀਂ ਚਾਨਣ ਪਤਾ ਹੀ ਨਹੀਂ ਹੈ, ਚਾਹੇ ਸੜਕ 'ਤੇ ਹੈ ਚਾਹੇ ਘਰੇ ਹੈ, ਡਿੱਗਣ ਦਾ ਵੀ ਡਰ ਰਹਿੰਦਾ ਹੈ, ਟੋਏ ਟੱਬੇ 'ਚ ਪੈਰ ਵੱਜਣ ਦਾ ਵੀ ਡਰ ਰਹਿੰਦਾ। ਅੰਦਰ ਹਨੇਰਾ ਹੈ। ਗੁਰਬਾਣੀ ਇਸ ਜੱਗ ਮੈਂ ਚਾਨਣ, ਸ਼ਬਦ ਰੂਪੀ ਚਾਨਣ ਦੇ ਨਾਲ ਅੰਦਰ ਵੜਨਾ ਹੈ, ਨਹੀਂ ਤਾਂ ਅੰਦਰ ਹਨੇਰੇ ਆ, ਡਰ ਹੀ ਡਰ ਲੱਗੀ ਜਾਂਦਾ। ਜਿੰਨੇ ਸਾਡੇ ਆਪਣੇ ਨਿੱਜੀ ਵਿਚਾਰ ਨੇ ਸਾਰੇ ਡਰਾਉਣੇ ਨੇ, ਉਹਨਾਂ ਨੂੰ ਦੂਰ ਕਰਨ ਹਿੱਤ ਉਸ ਅਕਾਲ ਪੁਰਖ ਵਾਹਿਗੁਰੂ ਗੁਰ ਪਰਮੇਸ਼ਰ ਦੀ ਸ਼ਰਨ 'ਚ ਆਉਣਾ ਅਤੀ ਅੰਤ ਲਾਜ਼ਮੀ ਹੈ। ਆਓ ਪਹਿਲਾਂ ਮੂਲ ਪਾਠ ਦੇ ਨਾਲ ਆਪਾਂ ਸਰਵਣ ਕਰਦੇ ਹਾਂ ਜੋ ਸ਼ਬਦ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ। ਦੇਵ ਗੰਧਾਰੀ ਰਾਗ ਜੋ ਲੜੀਵਾਰ 6ਵਾਂ ਰਾਗ ਹੈ 31 ਰਾਗਾਂ ਦੇ ਵਿੱਚੋਂ, ਔਰ ਸਰਦੀ ਰੁੱਤ ਦਾ ਇਹ ਰਾਗ ਹੈ ਵੈਸੇ, ਅਤੇ ਦੁਪਹਿਰ ਤੋਂ ਲੈ ਕੇ ਇਹ ਰਾਤਰੀ ਤੱਕ ਗਾਇਆ ਜਾ ਸਕਦਾ ਹੈ। ਇਹ ਵਿਧਾਨ ਹੈ ਰਾਗ ਦਾ। ਵੈਸੇ ਬਾਣੀ ਜਦੋਂ ਵੀ ਪੜ੍ਹੀ ਜਾਂਦੀ ਹੈ, ਜਦੋਂ ਸਮਾਂ ਮਿਲਦਾ ਹੈ, ਉਹ ਲੜੀ ਦੇ ਵਿੱਚ ਇਸ ਤਰ੍ਹਾਂ ਦੀ ਵਿਚਾਰ ਨਹੀਂ ਕੀਤੀ ਜਾਂਦੀ। ਪਰ ਜਦੋਂ ਕੋਈ ਕੀਰਤਨੀ ਵੀਰ ਸਪੈਸ਼ਲੀ ਜਿਵੇਂ ਆਸਾ ਕੀ ਵਾਰ ਹੈ, ਉਹਦਾ ਕੀਰਤਨ ਸੁਬਹ ਹੀ ਕੀਤਾ ਜਾਂਦਾ ਕਿਉਂਕਿ ਉਹ ਰਾਗ ਉਸ ਸਮੇਂ ਦਾ ਹੈ। ਸੋ ਉਸ ਤਰ੍ਹਾਂ ਦੇ ਵਿਧਾਨ ਦੇ ਨਾਲ ਜੁੜੀ ਗੱਲ ਆਪਾਂ ਸਾਂਝੀ ਕੀਤੀ ਹੈ। ਸੋ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕੀ ਬਖਸ਼ਿਸ਼ ਕਰਦੇ ਨੇ ਅਵਸਰ ਲੱਗੀ। ਦੇਵ ਗੰਧਾਰੀ ਮਹੱਲਾ ਪੰਜਵਾਂ। ਮੈਂ ਬਾਬਦ ਪੇਖਿਓ ਦੂਜਾ ਨਾਹੀ ਰੀ ਕੋ, ਖੰਡ ਦੀਪ ਸਭ ਭੀਤਰ ਰਵਿਆ, ਊਰ ਰਹਿਓ ਸਭ ਲੋ ਰਹਾਓ, ਅਗਮ ਅਗਮਾ ਕਵਨ ਮਹਿਮਾ, ਮਨ ਜੀਵੈ ਸੁਣ ਸੋ, ਚਾਰ ਆਸ਼ਰਮ ਚਾਰ ਵਰਨਾ, ਮੁਕਤ ਭੈ ਸੇਵ ਤੋ, ਗੁਰ ਸ਼ਬਦ ਦ੍ਰਿੜਾਇਆ ਪਰਮ ਪਦ ਪਾਇਆ, ਦੁਤੀਯ ਗਏ ਸੁਖ ਹੋ, ਕਹੁ ਨਾਨਕ ਭਵ ਸਾਗਰ ਤਰਿਆ, ਹਰ ਨਿਧ ਪਾਈ ਸਹਿਜੋ। ਇੱਥੇ 33 ਬਣ ਜਾਂਦੇ ਕੁੱਲ ਲੜੀ ਇਹਨਾਂ ਸ਼ਬਦਾਂ ਦੀ। ਸਤਿਗੁਰੂ ਧੰਨ ਗੁਰੂ ਅਰਜਨ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਵਰੂਪ। ਇਹ ਬਹੁਤ ਵੱਡਾ ਭੁਲੇਖਾ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਆਗਮਨ ਤੋਂ ਪਹਿਲਾਂ ਸੰਸਾਰ ਦੇ ਵਿੱਚ ਬਣਿਆ ਹੋਇਆ ਸੀ। ਓਮ ਸ਼ਬਦ ਪ੍ਰਚਲਿਤ ਸੀਗਾ, ਔਰ ਇਹ ਸ਼ਬਦ ਕਿਉਂ ਪ੍ਰਚਲਿਤ ਹੋਇਆ, ਥੋੜ੍ਹਾ ਜਿਹਾ ਆਪਾਂ ਉਹਦੇ ਇਤਿਹਾਸ 'ਚ ਜਾਈਏ। ਅਕਾਲ ਪੁਰਖ ਵਾਹਿਗੁਰੂ ਨੇ, ਪਰਮਾਤਮਾ ਨੇ ਸਾਰੇ ਜੀਵਾਂ ਨੂੰ ਜਵਾਨ ਬਖਸ਼ੀ ਹੈ। ਆਪੋ ਆਪਣੀ ਸਮਰੱਥਾ ਅਨੁਸਾਰ ਉਹ ਆਵਾਜ਼ਾਂ ਕੱਢਦੇ ਹਨ। ਮਨੁੱਖ ਨੂੰ ਵਿਸ਼ੇਸ਼ ਤੌਰ 'ਤੇ ਕਿਰਪਾ ਕੀਤੀ ਕਿ ਇਹਨੂੰ ਸ਼ਬਦ ਦੀ ਦਾਤ ਵੀ ਬਖਸ਼ਿਸ਼ ਕੀਤੀ। ਪਰ ਸ਼ੁਰੂ ਦੇ ਵਿੱਚ ਬੱਚੇ ਨੇ ਰੂਪ ਦੇ ਵਿੱਚ ਜਦੋਂ ਪ੍ਰਾਣੀ ਸੰਸਾਰ 'ਤੇ ਆਇਆ, ਜਿਉਂ ਹੀ ਉਹਨੇ ਉਹਦਾ ਮੂੰਹ ਖੋਲ੍ਹਿਆ, ਜੋ ਵੀਰ ਭਾਸ਼ਾ ਦੀ ਥੋੜ੍ਹੀ ਬਹੁਤੀ ਜਾਣਕਾਰੀ ਰੱਖਦੇ ਹਨ, ਤਾਂ ਜਿਵੇਂ ਮੂੰਹ ਖੋਲ੍ਹਣ ਦੇ ਸਾਰ ਹੀ ਉਹਦੇ ਮੂੰਹ ਦੇ ਵਿੱਚੋਂ ਪਹਿਲਾ ਸ਼ਬਦ ਓਮ ਹੀ ਨਿਕਲਿਆ। ਹੁਣ ਵੀ ਜੇ ਆਪਾਂ ਐਂ ਕਰਕੇ ਦੇਖੀਏ ਨਾ ਤਾਂ ਐਂ ਹੀ ਹੋਣਾ। ਮੂੰਹ ਖੋਲ੍ਹਾਂਗੇ ਓ, ਆਵਾਜ਼ ਲਟਕਾਵਾਂਗੇ ਅ, ਬੰਦ ਕਰਾਂਗੇ ਮ। ਹੁਣ ਵੀ ਇਹੀ ਹੈ। ਵੱਡਾ ਹੋ ਕੇ ਵੀ ਓਮ, ਜਦੋਂ ਮੰਮਾ ਬੰਦ ਕਰ ਓਮ। ਔਰ ਇਹ ਪ੍ਰਵਾਨਿਤ ਕਰ ਲਿਆ ਹੈ ਕਿ ਬੱਚਾ ਜਿਹੜਾ ਅੱਜ ਬੋਲਣਾ ਵੀ ਨਹੀਂ ਜਾਣਦਾ,
ਜਿਹੜੇ ਦੇ ਅੰਦਰ ਕੋਈ ਈਰਖਾ ਨਹੀਂ ਹੈ, ਕੋਈ ਸਵਾਰਥ ਨਹੀਂ ਹੈ, ਕੋਈ ਲਾਲਚ ਨਹੀਂ ਹੈ। ਔਰ ਜੋ ਪਹਿਲੀ ਇਸ ਆਵਾਜ਼ ਨੂੰ ਪ੍ਰਮਾਣਿਤ ਕਰ ਲਿਆ ਵੀ ਇਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਪਹਿਲੀ ਆਵਾਜ਼ ਹੈ, ਇਸ ਕਰਕੇ ਓਮ ਸ਼ੁਰੂ ਕਰ ਦਿੱਤਾ। ਔਰ ਉਸ ਤੋਂ ਬਾਅਦ ਕੀ ਹੋਇਆ ਕਿ ਕੁਛ ਵੀਰਾਂ ਨੇ ਇਸ ਤਰ੍ਹਾਂ ਦੇ ਕੀਤਾ, ਜੋ ਪੁਰਾਤਨ ਸਨਾਤਨ ਮੱਤ ਹੈ, ਕਿ ਉਹਨਾਂ ਨੇ ਇਹਨੂੰ 3 ਭਾਗਾਂ 'ਚ ਵੰਡ ਦਿੱਤਾ। ਕਿਸ ਤਰ੍ਹਾਂ ਵੰਡ ਦਿੱਤਾ ਕਿ ਉਹ ਬ੍ਰਹਮਾ, ਵਿਸ਼ਨੂੰ, ਮਾਂ, ਮਹੇਸ਼, ਇਹ 3 ਨੇ ਵੀ ਇੱਕ ਪੈਦਾ ਕਰਦਾ, ਇੱਕ ਪਾਲਦਾ, ਇੱਕ ਮੌਤ ਦਾ ਦੇਵਤਾ ਸ਼ਿਵ। ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ, ਤਿੰਨਾਂ ਦੇ ਵਿੱਚ ਵੰਡ ਦਿੱਤਾ ਵੀ 3 ਚਲਾ ਰਹੇ। ਹੁਣ ਧਿਆਨ ਨਾਲ ਸੁਣਨਾ, ਕਿਉਂਕਿ 82 ਸੰਗਤ ਹੈ ਇੱਥੇ। ਸ਼ੁਰੂ ਹੋ ਗਿਆ ਕੰਮ। ਗੁਰੂ ਨਾਨਕ ਕਾਲ ਤੋਂ ਪਹਿਲਾਂ ਵੱਡੇ ਵੱਡੇ ਜ਼ੋਰਾਂ 'ਤੇ ਸੀ ਕੰਮ ਇਹ, ਹੁਣ ਵੀ ਚੱਲ ਰਿਹਾ। ਔਰ ਜੋ 82 ਹੈ ਉਹਦੇ ਮਨ 'ਚ ਇੱਕ ਪ੍ਰਸ਼ਨ ਉੱਠਦਾ ਵੀ ਚਲੋ ਜੇ ਇਸ ਗੱਲ ਨੂੰ ਮੰਨ ਲਿਆ ਜਾਵੇ ਵੀ ਇੱਕ ਪੈਦਾ ਕਰਦਾ, ਇੱਕ ਪਾਲਦਾ, ਇੱਕ ਸੰਹਾਰ ਕਰਦਾ, ਮੌਤ ਦਾ ਦੇਵਤਾ ਹੈ, ਫਿਰ ਮਰਨ ਤੋਂ ਬਾਅਦ ਆਤਮਾ ਇਹਨਾਂ ਤਿੰਨਾਂ 'ਚੋਂ ਕਿਹੜੇ 'ਚ ਸਮਾਊਗੀ? ਵਿਸ਼ਨੂੰ 'ਚ ਸਮਾਊਗੀ, ਪੈਦਾ ਕਰਨ ਵਾਲੇ 'ਚ, ਕਿ ਪਾਲਣਾ ਕਰਨ ਵਾਲੇ 'ਚ ਸਮਾਊਗੀ, ਕਿ ਜਿਹੜੇ ਨੇ ਮੌਤ ਦਿੱਤੀ ਉਹ 'ਚ ਸਮਾਊਗੀ? ਆਤਮਾ ਤਾਂ ਇੱਕੋ ਹੀ ਹੈ, ਤਿੰਨਾਂ 'ਚ ਤਾਂ ਜਾ ਨਹੀਂ ਸਕਦੇ, ਉਹ ਤਿੰਨਾਂ 'ਚ ਤਾਂ ਸਮਾ ਨਹੀਂ ਸਕਦੀ, ਕਿਹੜੇ ਦੇ ਵਿੱਚ ਸਮਾਊਗੀ? ਅਤੇ ਗੁਰੂ ਨਾਨਕ ਪਾਤਸ਼ਾਹ ਨੇ ਇਹ ਭਰਮ ਦੂਰ ਕੀਤਾ। ਅੱਗੇ ਕੀ ਲਾ ਦਿੱਤਾ? ਇੱਕ ਓਂਕਾਰ। ਉਹ ਓਮ ਸ਼ਬਦ ਦਾ ਤਾਂ ਉਸ ਤਰੀ ਵਿਸ਼ਲੇਸ਼ਣ ਕਰ ਦਿੱਤਾ, ਪਰ ਅੱਗੇ ਇੱਕ ਲਾਤਾ ਵੀ ਇੱਕ ਹੈ ਜਿਹਨੇ ਇਹ ਅੱਗੇ ਪੈਦਾ ਕੀਤਾ ਸਾਰਾ ਕੁਛ। ਸੋ ਇਹ ਆਪਣੇ ਆਪ ਦੇ ਵਿੱਚ ਉਸ ਤਰ੍ਹਾਂ ਦੀ ਸਮਰੱਥਾ ਦੇ ਮਾਲਕ ਨਹੀਂ ਹੈ। ਜੋ ਦਾਤਾ ਹੈ, ਜੋ ਅਕਾਲ ਪੁਰਖ ਵਾਹਿਗੁਰੂ ਸਰਬ ਵਿਆਪੀ ਹੈ, ਉਹ ਇੱਕ ਹੈ। ਔਰ ਇਹ ਬੋਲੀ ਸੰਸਕ੍ਰਿਤ ਦੇ ਉਹਨਾਂ ਨੇ ਮੰਨਿਆ ਵੀ ਦੇਵ ਬੋਲੀ ਹੈ, ਸਾਡੀ ਬੋਲੀ ਹੈ। ਅਤੇ ਉਹ ਬਹੁਤ ਸਾਰੇ ਸ਼ਬਦ ਜੋ ਸੰਸਕ੍ਰਿਤ ਭਾਸ਼ਾ 'ਚ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚ ਆਏ, ਉਹਨਾਂ ਨੂੰ ਉਚਾਰਨ ਲੱਗਿਆ ਆਪਾਂ ਨੂੰ ਟਿੱਪੀ ਦਾ ਪ੍ਰਯੋਗ ਕਰਨਾ ਪੈਂਦਾ ਹੈ। ਵੈਸੇ ਨਾਦ ਅਤੇ ਵੇਦ ਸ਼ਬਦ ਸੰਸਕ੍ਰਿਤ ਦੇ ਨੇ, ਆਪਾਂ ਕਿਵੇਂ ਪੜ੍ਹਦੇ ਹਾਂ ਗੁਰਮੁਖ, ਉਹ 'ਤੇ ਟਿੱਪੀ ਕਿਉਂ? ਕਿਉਂਕਿ ਸੰਸਕ੍ਰਿਤ ਦੇ ਮੂਲ ਸ਼ਬਦ ਨੇ। ਗੁਰਮੁਖ ਨਾਦੰ, ਗੁਰਮੁਖ ਵੇਦੰ, ਗੁਰਮੁਖ ਰਿਹਾ ਸਮਾਈ। ਉਹ ਟਿੱਪੀ ਆਪਾਂ ਇਸ ਤਰ੍ਹਾਂ ਊੜੇ ਦੇ ਉੱਤੇ ਟਿੱਪੀ ਨਹੀਂ ਲੱਗ ਸਕਦੀ। ਓਮ ਸ਼ਬਦ ਊੜੇ 'ਤੇ ਟਿੱਪੀ ਲੱਗ ਨਹੀਂ ਸਕਦੀ। ਸਾਰੇ ਸ਼ਬਦਾਂ 'ਤੇ ਨਹੀਂ ਉਸ ਤਰ੍ਹਾਂ ਹੁੰਦਾ, ਕਿਸੇ ਨੂੰ ਕੁਛ ਨਹੀਂ ਲੱਗਦਾ, ਸਾਰਿਆਂ ਨੂੰ ਸਾਰੀਆਂ ਲਗਾ ਮਾਤਰਾ ਨਹੀਂ ਲੱਗਦੀਆਂ। ਇਹ ਸੰਥਿਆ ਦੇ ਵਿੱਚ ਦੱਸਣਾ ਜ਼ਰੂਰੀ ਬਣਦਾ ਵੀ ਊੜਾ, ਆੜਾ ਅਤੇ ਈੜੀ ਜਿਹੜੇ 3 ਮੁੱਖ ਨੇ ਨਾ ਮੂਹਰਲੇ ਸ਼ਬਦ, ਹੁਣ ਤਾਂ ਖਤਮ ਹੀ ਕਰਤਾ। ਪਾਠ ਬੋਧ ਜੋ ਹੁੰਦਾ ਸੀ ਪਹਿਲਾਂ, ਜਾਂ ਬਾਲ ਉਪਦੇਸ਼ ਹੁੰਦਾ ਸੀ ਕਾਇਦਾ, ਉਹ ਕੋ ਚੱਕ 'ਤੇ ਸਭ ਸਿੱਧਾ ABC ਤੋਂ ਸ਼ੁਰੂ ਕਰ ਦਿੱਤਾ ਗਿਆ। ਸੋ ਉੱਥੇ ਜੋ ਟਿੱਪੀ ਨਾ ਲੱਗਣ ਦਾ ਕਾਰਨ ਉਹਦਾ ਮੂੰਹ ਖੁੱਲ੍ਹਾ ਕਰ ਦਿੱਤਾ ਗਿਆ। ਊੜੇ ਦਾ ਮੂੰਹ ਖੁੱਲ੍ਹਾ, ਆੜੇ 'ਤੇ ਟਿੱਪੀ ਓਂਕਾਰ। ਉਹ ਅਕਾਲ ਪੁਰਖ ਵਾਹਿਗੁਰੂ ਸਰਬ ਵਿਆਪੀ ਹੈ, ਸਭ ਜਗ੍ਹਾ ਦੇ ਉੱਤੇ ਵਿਦਮਾਨ ਹੈ। ਗੁਰੂ ਸਾਹਿਬ ਸਾਨੂੰ ਸਮਝਾਉਣਾ ਕਰਦੇ ਨੇ, ਮੈਂ ਬਹੁਵਿਧ ਵੇਖਿਓ ਦੂਜਾ ਨਾਹੀ ਰੀ ਕੋ ਰਰਨ ਵੇਰੀ ਰੀ। ਕੀ ਇਹ? ਇਸਤਰੀ ਲਿੰਗ ਰੀ, ਕਿਉਂਕਿ ਵਿਆਕਰਨ ਦਾ ਗਿਆਨ ਭਾਸ਼ਾ ਨੂੰ ਪੜ੍ਹਨ ਲਈ ਜ਼ਰੂਰੀ ਹੈ, ਇਹ 'ਚ ਕੋਈ ਦੋ ਰਾਇ ਨਹੀਂ ਹੈ। ਕੋਈ ਵੀ ਸ਼ਬਦ, ਕੋਈ ਵੀ ਭਾਸ਼ਾ ਕਿਸੇ ਨਿਯਮਾਵਲੀ ਦੇ ਵਿੱਚ ਬੰਨੀ ਹੋਈ ਹੈ। ਦੋ ਦਲਾਵਾਂ ਲੱਗ ਗਈਆਂ, ਅਰਥ ਹੋਰ ਹੋ ਜਾਣਾ, ਇੱਕ ਲੱਗ ਗਿਆ ਹੋਰ ਹੋ ਜਾਣਾ, ਔਂਕੜ ਲੱਗ ਗਿਆ ਅਰਥ ਹੋਰ ਹੈ, ਸਿਹਾਰੀ ਲੱਗ ਗਿਆ ਹੋਰ ਹੈ, ਮੁਕਤਾ ਰੱਖਤਾ ਹੋਰ ਹੈ। ਜੇ ਕਹਿੰਦੇ ਵੀ ਤਾਂ ਕੋਈ ਮਤਲਬ ਨਹੀਂ ਇਹ ਗੱਲ, ਇਹਦਾ ਮਤਲਬ ਹੈ। ਇਸ ਲਈ ਸਾਨੂੰ ਗੁਰਮੁਖੀ ਲਿਪੀ ਦੀ ਅਤੇ ਭਾਸ਼ਾ ਦੀ ਜਾਣਕਾਰੀ ਹੋਣੀ ਜ਼ਰੂਰੀ ਹੈ। ਲਿਪੀ ਹੋਰ ਹੁੰਦੀ ਹੈ, ਭਾਸ਼ਾ ਹੋਰ ਹੁੰਦੀ ਹੈ, ਇਹਨਾਂ ਨੂੰ ਵੀ ਨਹੀਂ ਰਲਾਉਣਾ। ਗੁਰਮੁਖੀ ਲਿਪੀ ਹੈ ਅਤੇ ਗੁਰਮੁਖੀ ਭਾਸ਼ਾ ਹੈ। ਲਿਪੀ ਜਿਵੇਂ ਆਪਾਂ ਲਿਪਦੇ ਹਾਂ, ਉਹ ਕੇਵਲ ਬਾਹਰਲੇ ਸ਼ਬਦ ਨੇ, ਬਾਹਰਲੇ ਵਰਨ ਨੇ, ਅੱਖਰ ਨੇ। ਉਹ ਜਦੋਂ ਉਹਦਾ ਰੂਪ ਲੈਂਦੇ ਨੇ ਲਗਾ ਮਾਤਰਾ ਦੇ ਨਾਲ, ਉਸ ਤਰ੍ਹਾਂ ਇੱਕ ਭਾਸ਼ਾ ਦੇ ਵਿੱਚ ਤਬਦੀਲ ਹੁੰਦੇ ਨੇ। ਉਹਦੀ ਆਪਦੀ ਵਿਆਕਰਨ ਹੈ,
ਸੋ ਸਤਿਗੁਰੂ ਬਖਸ਼ ਕਰਦੇ ਰੀ ਮੈਨੇ ਹੇ ਭੈਣ, ਜਾਂ ਸਾਰਿਆਂ ਨੂੰ ਸੰਬੋਧਨ ਕਰਦੇ ਨੇ। ਇੱਥੇ ਇਸਤਰੀ ਲਿੰਗ ਦੇ ਵਿੱਚ ਕਿਉਂਕਿ ਦੇਵ ਗੰਧਾਰੀ ਰਾਗ ਦੇ ਵਿੱਚ ਬਹੁਤਾ ਇਸ ਤਰ੍ਹਾਂ ਮਿਲਦਾ ਹੈ, ਮੈਂ ਬਹੁਵਿਧ ਪੇਖਿਓ ਦੂਜਾ ਨਾਹੀ ਰੀ ਕੋ ਹੇ ਭੈਣ। ਗੁਰੂ ਪਾਤਸ਼ਾਹ ਬਖਸ਼ ਕਰਦੇ ਨੇ ਕਿ ਮੈਂ ਬਹੁਵਿਧ, ਮੈਂ ਬੜੇ ਢੰਗ ਤਰੀਕਿਆਂ ਦੇ ਨਾਲ ਸਾਰਾ ਕੁਝ ਵੇਖਿਆ, ਦੂਜਾ ਨਾਹੀ ਰੀ ਕੋ, ਕੋਈ ਦੂਜਾ ਨਹੀਂ ਹੈ, ਕੋਈ ਤੀਜਾ ਨਹੀਂ ਹੈ, ਇੱਕੋ ਹੀ ਹੈ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਇੱਕ ਹੈ। ਮੂਲ ਮੰਤਰ ਦੇ ਵਿੱਚ ਜੋ ਸਵਰੂਪ ਬਖਸ਼ਿਸ਼ ਕੀਤਾ ਸਤਿਗੁਰਾਂ ਨੇ, ਸੁਲਤਾਨਪੁਰ ਲੋਧੀ ਜੋ ਮਤ ਦਾ ਆਪਾਂ ਨੂੰ ਪਤਾ ਚੱਲਦਾ ਇਤਿਹਾਸ ਦੇ ਵਿੱਚੋਂ ਜਾਂ ਪੁਰਾਤਨ ਸਾਖੀਆਂ ਦੇ ਵਿੱਚੋਂ ਕਿ ਗੁਰੂ ਨਾਨਕ ਪਾਤਸ਼ਾਹ ਵੀਰ ਨਦੀ ਦੇ ਇਸ਼ਨਾਨ ਤੋਂ ਉਪਰੰਤ ਜੋ ਪਹਿਲਾ ਉਚਾਰਨ ਕੀਤਾ ਇੱਕ ਮੂਲ ਮੰਤਰ ਇੱਕ ਓਂਕਾਰ ਸਵਰੂਪ ਬਖਸ਼ਿਸ਼ ਕੀਤਾ ਅਕਾਲ ਪੁਰਖ ਵਾਹਿਗੁਰੂ ਦਾ ਵੀ। ਇਹ ਸਵਰੂਪ ਹੈ, ਉਹ ਤਿੰਨ ਨਹੀਂ ਹੈ, ਚਾਰ ਨਹੀਂ ਹੈ, ਕੁਛ ਉਹ ਸਿਰਫ ਇੱਕ ਹੈ। ਔਰ ਇੱਕ ਵੀ ਉਹ ਵਿਅਕਤੀ ਨਹੀਂ ਹੈ, ਸ਼ਕਤੀ ਹੈ। ਆਪਾਂ ਸਾਰੇ ਉਹਦਾ ਰੂਪ ਹਾਂ, ਜੋ ਦਿਸੈ ਸੋ ਤੇਰਾ ਰੂਪ। ਕਈ ਵੀਰ ਇਸ ਤਰ੍ਹਾਂ ਦਾ ਪ੍ਰਸ਼ਨ ਕਰ ਦਿੰਦੇ ਨੇ ਕਿ ਇੱਕ ਸ਼ਬਦ ਆਇਆ ਹੈ ਕਿ ਸੋਹਣੇ ਨੱਕ, ਲੰਬੜੇ ਬਾਲਾਂ ਵਾਲਾ, ਦੰਦਾਂ ਵਾਲਾ, ਉਹ ਕਿਹਨੂੰ ਕਿਹਾ ਗਿਆ? ਉੱਥੇ ਵੀ ਵਿਆਕਰਨ ਤੋਂ ਥੋੜ੍ਹਾ ਸਹਾਰਾ ਲਈਏ ਆਪਾਂ। ਸੋਹਣੇ ਨੱਕ ਮੈਨੇ ਇੱਕ ਹੁੰਦਾ ਸੋਹਣਾ, ਇੱਕ ਹੁੰਦਾ ਸੋਹਣੇ, ਭਾਵ ਕਿ ਬਾਲੇ। ਸਹਿਸਤਾ ਨੈਣ, ਇਹ ਵੀ ਆਪਾਂ ਪੜ੍ਹਦੇ ਹਾਂ। ਹਜ਼ਾਰੇ ਅੱਖਾਂ ਸਾਰੀਆਂ ਉਹਦੀਆਂ, ਹਜ਼ਾਰੇ ਕੰਨ ਉਹਦੇ, ਹਜ਼ਾਰੇ ਨੱਕ ਉਹਦੇ। ਸਰਗੁਣ ਰੂਪ ਦੇ ਵਿੱਚ ਇਹ ਸਾਰਾ ਪਸਾਰਾ ਵੀ ਉਹਦਾ ਹੈ, ਨਿਰਗੁਣ ਰੂਪ ਦੇ ਵਿੱਚ ਉਹਦਾ ਕੋਈ ਆਕਾਰ ਨਹੀਂ ਹੈ, ਨਿਰਾਕਾਰ। ਉਹ ਤੋਂ ਬਿਨਾਂ ਕੋਈ ਘੜੇ ਨਹੀਂ ਸਕਦਾ, ਉਹ ਤੋਂ ਬਿਨਾਂ ਕੋਈ ਬਣਾ ਨਹੀਂ ਸਕਦਾ। ਇਹ ਸਾਰਾ ਖੇਲ ਉਹਦਾ ਹੈ। ਸੋ ਸਤਿਗੁਰੂ ਸਾਨੂੰ ਇੱਥੇ ਸਮਝਾਉਣਾ ਕਰਦੇ ਨੇ ਕਿ ਮੈਂ ਸਾਰੇ ਢੰਗ ਤਰੀਕੇ ਵਿਧੀਆਂ ਦੇ ਨਾਲ ਵੇਖ ਲਿਆ, ਹੋਰ ਕੋਈ ਨਹੀਂ ਹੈ, ਦੂਜਾ ਨਹੀਂ ਰੀ ਕੋ, ਕੋਈ ਹੋਰ ਦੇ ਚੱਕਰ 'ਚ ਨਹੀਂ ਪੈਣਾ। ਸਿਰਫ ਇੱਕੋ ਹੀ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜਿਹਨੂੰ ਕਹਿੰਦੇ ਨੇ ਕਾਦਰ, ਅਤੇ ਜਿਹੜੀ ਸ੍ਰਿਸ਼ਟੀ ਰਚੀ ਉਹਨੂੰ ਕਹਿੰਦੇ ਨੇ ਕੁਦਰਤ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਆਹ ਸਾਰਾ ਕੁਦਰਤ ਹੈ, ਬਣਾਉਣ ਵਾਲਾ ਕਾਦਰ ਹੈ। ਕਾਦਰ ਅਤੇ ਕੁਦਰਤ ਦੋ ਸ਼ਬਦ ਨੇ, ਇਹਨੂੰ ਰਲਾਉਣਾ ਨਹੀਂ ਹੈ। ਕੁਦਰਤ ਉਹਦੀ ਕੁਦਰਤ ਮੈਨੂੰ ਹੁੰਦਾ ਸ਼ਕਤੀ, ਇਹ ਪਰਮਾਤਮਾ ਦੀ ਸ਼ਕਤੀ ਹੈ ਜਿਹੜੀ ਕੁਦਰਤ। ਬਲਿਹਾਰੀ ਕੁਦਰਤ ਵਸਿਆ, ਤੇਰੀ ਤਾਕਤ ਹੈ, ਤੇਰੀ ਸ਼ਕਤੀ ਹੈ, ਤੇਰੀ ਪਾਵਰ ਹੈ। ਤੂੰ ਸਾਰੇ ਦੇ ਕਣ ਕਣ ਦੇ ਵਿੱਚ ਸਮਾਇਆ ਹੋਇਆ ਹੈ ਇੱਕ ਉਹ ਸ਼ਕਤੀ, ਪਰ ਜ਼ਰਰੇ ਜ਼ਰਰੇ 'ਚ ਤੂੰ ਸਮਾਇਆ ਹੋਇਆ ਹੈ। ਖੰਡ ਦੀਪ ਸਭ ਭੀਤਰ ਰਵਿਆ, ਪੂਰ ਰਹਿਓ ਸਭ ਲੋ ਰਹਾਓ। ਖੰਡ ਮੈਨੇ ਧਰਤੀ ਦੇ ਹਿੱਸੇ, ਕੋਈ 9 ਮਨ ਦਾ, ਕੋਈ ਕਹਿੰਦੇ ਜਿੰਨੇ ਵੀ ਨੇ। ਦੀਪ ਮੈਨੇ ਟਾਪੂ, ਸਭ ਸਾਰੇ, ਭੀਤਰ ਮੈਨੇ ਵਿੱਚ, ਰਵਿਆ ਮੈਨੇ ਵਿਆਪਿਆ ਹੋਇਆ। ਅਤੇ ਉਸ ਤੋਂ ਬਾਅਦ ਪੂਰ ਰਹੋ ਸਭ ਲੋ ਮੈਨੇ ਲੋਕ, ਸਾਰੇ ਲੋਕਾਂ ਦੇ ਵਿੱਚ, ਭਾਵ ਕਿ ਹਰ ਜਗ੍ਹਾ ਹਰ ਸਥਾਨ 'ਤੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਹੋਂਦ ਹੈ। ਕੋਈ ਜਗ੍ਹਾ ਕੋਈ ਸਥਾਨ ਇਸ ਤਰ੍ਹਾਂ ਦਾ ਨਹੀਂ ਹੈ ਜਿੱਥੇ ਅਕਾਲ ਪੁਰਖ ਵਾਹਿਗੁਰੂ ਦੀ ਹੋਂਦ ਨਾ ਹੋਵੇ। ਉਹਦੀ ਹੋਂਦ ਤੋਂ ਬਿਨਾਂ ਕੁਛ ਸਿਰਜਿਆ ਹੋਵੇ, ਉਹਦੀ ਹੋਂਦ ਤੋਂ ਬਿਨਾਂ ਕੁਛ ਸਾਨੂੰ ਹੋਵੇ ਵੀ ਇੱਥੇ ਤਾਂ ਰੱਬ ਹੈ ਨਹੀਂ ਹੈ, ਇੱਥੇ ਪਰਮਾਤਮਾ ਹੈ ਨਹੀਂ ਹੈ, ਇੱਥੇ ਅਕਾਲ ਪੁਰਖ ਵਾਹਿਗੁਰੂ ਹੈ ਨਹੀਂ ਹੈ, ਇਸ ਤਰ੍ਹਾਂ ਦਾ ਕੋਈ ਜਗ੍ਹਾ ਨਹੀਂ ਹੈ। ਹਰ ਜਗ੍ਹਾ ਦੇ ਉੱਤੇ ਉਹ ਬਿਰਾਜਮਾਨ ਹੈ। ਔਰ ਜਿੰਨੀ ਦੇਰ ਤੱਕ ਸਾਡੇ ਅੰਦਰ ਅਗਿਆਨਤਾ ਦਾ ਅੰਧਪੁਣਾ ਹੈ, ਹਨੇਰਾ ਹੈ, ਉਨੀ ਦੇਰ ਤੱਕ ਸਾਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ। ਇੱਕ ਛੋਟੀ ਜਿਹੀ ਗੱਲ ਆਪਾਂ ਲਈਏ ਕਿ ਇੱਕ ਵਾਰੀ ਇੱਕ ਸੜਕ ਦੇ ਉੱਤੇ ਆਮ ਆਪਾਂ ਨੂੰ ਮਿਲਦੇ ਹਾਂ, ਵੈਸੇ ਤਾਂ ਕਈ ਹੋਰ ਰੂਪ ਵੀ ਨੇ, ਚਲੋ ਆਪਾਂ ਵੇਰਵਾ ਲੈ ਲਈਏ ਥੋੜ੍ਹਾ ਜਿਹਾ, ਕਿ ਭਿਖਾਰੀ ਕੋਈ ਸੜਕ ਦੇ ਕਿਨਾਰੇ ਬੋਰੀ ਵਿਛਾ ਕੇ ਬੈਠਾ ਮੰਗੀ ਜਾਂਦਾ ਸਾਰਾ ਦਿਨ। ਔਰ ਬਹੁਤਿਆਂ ਦੀ ਹਾਲਤ ਉਹਨਾਂ ਦੇ ਵਿੱਚ ਬੜੀ ਭਿਆਨਕ ਵੀ ਹੈ, ਕਈਆਂ ਨੂੰ ਦਿਸਦਾ ਨਹੀਂ ਹੈ, ਅੱਖਾਂ ਤੋਂ ਅੰਧੇ ਵੀ ਨੇ ਵਿਚਾਰੇ, ਉਹਨਾਂ ਨੂੰ ਉੱਥੇ ਲਿਆ ਕੇ ਬਿਠਾ ਦਿੱਤਾ ਜਾਂਦਾ ਹੈ। ਅਤੇ ਆਵਾਜ਼ ਤਾਂ ਕਰਦੇ ਨੇ, ਤਰਲੇ ਤਾਂ ਲੈਂਦੇ ਨੇ ਵੀ ਮੈਨੂੰ ਕੁਛ ਦਿਓ, ਪਰ ਉਹ ਅੰਦਾਜ਼ਾ ਕੰਨਾਂ ਦੇ ਰਾਹੀਂ ਲਾਉਂਦੇ ਨੇ ਜਦੋਂ ਖੜਕਾ ਹੁੰਦਾ ਵੀ ਕੋਈ ਆਉਂਦਾ ਹੈ, ਕਿਉਂਕਿ ਦਿਸਦਾ ਤਾਂ ਹੈ ਨਹੀਂ।
ਅੰਦਾਜ਼ਾ ਪੈਰਾਂ ਦੀ ਆਹਟ ਤੋਂ ਲਾਉਂਦੇ ਨੇ ਕਿ ਕੋਈ ਵਿਅਕਤੀ ਆ ਰਿਹਾ, ਹੁਣ ਮੈਂ ਬੋਲਾਂ ਵੀ ਮੈਨੂੰ ਕੁਝ ਦੇ ਕੇ ਜਾਓ ਭਾਈ, ਮੇਰੇ 'ਤੇ ਤਰਸ ਕਰੋ। ਇੱਕ ਵਾਰੀ ਕੀ ਹੋਇਆ ਕਿ ਇੱਕ ਭਿਖਾਰੀ ਇਸ ਤਰ੍ਹਾਂ ਜਦੋਂ ਦੂਜੇ ਦੀ ਆਹਟ ਸੁਣੇ, ਦਿਸਦਾ ਉਹਨੂੰ ਵੀ ਨਹੀਂ ਸੀਗਾ, ਜਿਹੜਾ ਤੁਰਿਆ ਜਾਂਦਾ ਸੀ ਥੋੜ੍ਹਾ ਡੰਗੂਰੀ ਦੀ ਸਹਾਇਤਾ ਨਾਲ, ਤਾਂ ਉਸ ਭਿਖਾਰੀ ਨੂੰ ਜਿਹੜਾ ਨੀਚੇ ਬੈਠਾ ਸੀ ਉਹ ਖੜਾ ਹੋ ਗਿਆ। ਉਹਨੇ ਆਖਿਆ ਵੀ ਕੋਈ ਵਿਅਕਤੀ ਆ ਰਿਹਾ ਤਾਂ ਮੰਗੀਏ। ਕੁਛ ਉਹਦੇ ਬਾਟੇ 'ਚ ਪੈਸੇ ਸੀਗੇ, ਉਹ ਖੜਕਾ ਕੇ ਮੰਗਣ ਲੱਗ ਗਿਆ ਵੀ ਮੈਨੂੰ ਕੁਝ ਦੇ। ਅਤੇ ਜਿਹੜਾ ਜੇ ਆ ਰਿਹਾ ਸੀ ਉਹਦਾ ਖਾਲੀ ਸੀ, ਉਹ ਆਪਦਾ ਐਂ ਕਰੀ ਜਾਵੇ ਵੀ ਮੈਨੂੰ ਦੇ। ਇੱਕ ਵਿਅਕਤੀ ਉੱਥੋਂ ਦੀ ਲੰਘਿਆ, ਉਹਦਾ ਹਾਸਾ ਨਿਕਲਿਆ ਜ਼ੋਰ ਦੀ। ਉਹ ਕਹਿੰਦਾ ਵੀ ਮੈਂ ਇਹ ਕੀ ਹੋ ਰਿਹਾ। ਤਾਂ ਉਹਨਾਂ ਨੂੰ ਜਦੋਂ ਹਾਸਾ ਉਹਨਾਂ ਦੇ ਕੰਨਾਂ 'ਚ ਪਿਆ, ਉਹ ਕਹਿਣ ਲੱਗੇ ਭਾਈ ਸਾਹਿਬ ਤੂੰ ਕੌਣ ਹੈ, ਇੰਨੀ ਜ਼ੋਰ ਦੀ ਹੱਸਿਆ ਕਿਉਂ ਹੈ, ਅਸੀਂ ਤਾਂ ਮੰਗ ਰਹੇ ਹਾਂ। ਉਹ ਕਹਿੰਦੇ ਮੈਂ ਮੰਗਤੇ ਤੋਂ ਮੰਗਤਾ ਨਹੀਂ ਅਜੇ ਤੱਕ ਦੇਖਿਆ ਮੰਗਦਾ। ਇੱਕ ਦੇਣ ਵਾਲਾ ਹੁੰਦਾ, ਇੱਕ ਮੰਗਤਾ ਹੁੰਦਾ, ਮੰਗਣ ਵਾਲਾ। ਤੁਸੀਂ ਤਾਂ ਦੋਨੋਂ ਹੀ ਮੰਗਦੇ ਹੋ, ਤੁਸੀਂ ਇੱਕ ਦੂਜੇ ਤੋਂ ਮੰਗੀ ਜਾਂਦੇ ਹੋ। ਇਹ ਇੱਧਰ ਖੜਕਾਈ ਜਾਂਦਾ। ਉਹਨਾਂ ਨੇ ਆਪਣੀ ਵਿਥਿਆ ਸੁਣਾਈ ਵੀ ਭਾਈ ਸਾਹਿਬ ਸਾਨੂੰ ਦਿਸਦਾ ਨਹੀਂ ਹੈ, ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਮੰਗਦਾ, ਮੈਨੂੰ ਹੁਣ ਕੀ ਪਤਾ ਲੱਗੇ ਵੀ ਇਹ ਕੌਣ ਹੈ। ਮੈਨੂੰ ਤਾਂ ਲੱਗਦਾ ਵੀ ਦੇਣ ਵਾਲਾ, ਜਿਹੜਾ ਕੋਈ ਲੰਘਦਾ ਹਰੇਕ ਹੀ ਲੱਗਦਾ ਵੀ ਦੇਊਗਾ ਕੁਛ ਨਾ ਕੁਛ। ਇਹ ਵਿਥਿਆ ਕਿਉਂ ਸ਼ੁਰੂ ਹੋਈ? ਕਿਉਂਕਿ ਜਦੋਂ ਇਸ ਤਰ੍ਹਾਂ ਹੋ ਗਿਆ ਕਿ ਮੈਨੂੰ ਦੱਦਾ ਦਾਤਾ ਏਕ ਹੈ ਤਾਂ ਅਸੀਂ ਪਰਾਂ ਹਟ ਗਏ। ਸਾਨੂੰ ਪਤਾ ਲੱਗਣਾ ਇਹ ਹੋਇਆ ਸ਼ੁਰੂ ਕੀਤਾ ਪਰਾਂ ਤੋਂ ਵੀ ਆਹ ਵੀ ਦੇ ਸਕਦਾ ਜੀ, ਉਹ ਵੀ ਦੇ ਸਕਦਾ, ਉਹ ਵੀ ਦੇ ਸਕਦਾ। ਇੱਕ ਸਭ ਨੂੰ ਦੇਣ ਵਾਲਾ ਇੱਕੋ ਹੀ ਦਾਤ ਹੈ, ਬਾਕੀ ਸਾਰੇ ਜਗਤ ਭਿਖਾਰੀ ਫਿਰਤ ਹੈ, ਸਭ ਕੁਝ ਇੱਕੋ ਹੀ ਦਾਤ ਹੈ, ਇੱਕ ਰਾਮ ਅਕਾਲ ਪੁਰਖ ਵਾਹਿਗੁਰੂ। ਆਪਾਂ ਸਾਰੇ ਮੰਗਤੇ ਹਾਂ ਉਹਦੇ ਦਰਬਾਰ ਦੇ ਵਿੱਚ, ਉਹਦੇ ਅੱਗੇ ਭਿਖਾਰੀ ਹਾਂ। ਅਤੇ ਸਤਿਗੁਰਾਂ ਨੇ ਬਚਨ ਕੀਤੇ ਵੀ ਜੋ ਗੁਰਸਿੱਖ ਪ੍ਰਾਣੀ ਮੰਗਤੇ ਰੂਪ ਦੇ ਵਿੱਚ ਆਪਾਂ ਉਹਨਾਂ ਰਹੇ, ਭਿਖਾਰੀ ਰੂਪ 'ਚ ਅੰਮ੍ਰਿਤ ਵੇਲੇ ਤੇ ਦਰ ਦਾ ਭਿਖਾਰੀ ਬਣ ਕੇ ਆਉਂਦਾ ਨਾ, ਅਤੇ ਝੋਲੀਆਂ ਭਰਦਾ ਉਹ ਕਹਿੰਦਾ ਦੱਸ ਕੀ ਚਾਹੀਦਾ ਤੈਨੂੰ। ਗੁਰੂ ਉੱਥੇ ਐਵੇਂ ਨਹੀਂ ਭੀੜ ਲੱਗਦੀ, ਮਾਫ਼ ਕਰਨਾ, ਕਿਤੇ ਵੀ। ਕਿਉਂ? ਲੱਖਾਂ ਦੀ ਗਿਣਤੀ ਜਿੱਥੇ ਘੰਟਾ ਵੇਟ ਕਰਕੇ ਮੱਥਾ ਟੇਕਣ ਦੇ ਲਈ ਇੰਤਜ਼ਾਰ ਕਰਨਾ ਪੈਂਦਾ, ਕੁਛ ਮਿਲਦਾ, ਆਸਾਂ ਪੂਰੀਆਂ ਹੁੰਦੀਆਂ ਨੇ ਤਾਂ ਹੀ। ਨਹੀਂ ਤਾਂ ਕੌਣ, ਕਿਉਂਕਿ ਮਨੁੱਖ ਤਾਂ ਇੰਨਾ ਸਵਾਰਥ ਹੈ, ਜਿੱਥੇ ਉਹਨੂੰ ਐਂ ਵੀ ਕੁਛ ਹੈ ਮਿਲਦੇ ਨਹੀਂ ਉੱਥੇ ਜਾਂਦੇ ਹੀ ਨਹੀਂ। ਉਹ ਜਾਊਗੀ ਤਾਂ ਕਿ ਮੈਨੂੰ ਇੱਥੇ ਕੋਈ ਪ੍ਰਾਪਤੀ ਹੁੰਦੀ ਲੱਗਦੀ ਹੈ। ਔਰ ਸਤਿਗੁਰੂ ਬਹੁਤ ਵੱਡੀ ਸਮਰੱਥਾ ਤਾਕਤ ਦਾ ਮਾਲਕ ਹੈ, ਔਰ ਸਾਨੂੰ ਸਮਝਾਉਣਾ ਚਾਹੁੰਦੇ ਨੇ ਕਿ ਤੈਨੂੰ ਕੀ ਮੰਗਣਾ ਚਾਹੀਦਾ, ਕੀ ਤੇਰੀ ਕਮੀ ਹੈ। ਜਦੋਂ ਵੀ ਗੁਰੂ ਸ਼ਬਦ ਦੀ ਵਿਚਾਰ ਨਾਲ ਸਾਂਝ ਬਣਾਉਂਦਾ ਹੈ ਸਤਿਗੁਰੂ ਦੀ ਕਿਰਪਾ ਨਾਲ, ਤਾਂ ਉਹਨੂੰ ਇੱਕ ਸਮਝ ਵੱਜਦੀ ਹੈ ਕਿ ਸੰਸਾਰ 'ਚ ਮੇਰਾ ਮਨੋਰਥ ਕੀ ਹੈ। ਅਗਮ ਅਗਮਾ ਕਵਨ ਮਹਿਮਾ ਮਨ ਜੀਵੈ ਸੁਣ ਸੋ ਅਗਮ ਅਗਮਾ। ਜਿੱਥੇ ਤੱਕ ਸਾਡੀ ਗਿਆਨ ਇੰਦਰੀਆਂ ਦੀ, ਕਰਮ ਇੰਦਰੀਆਂ ਦੀ ਕੋਈ ਪਹੁੰਚ ਨਹੀਂ ਹੈ, ਸਾਡੀ ਪਹੁੰਚ ਨਹੀਂ ਹੈ। ਅਗੰਮ ਹੈ ਜਿੱਥੇ ਤੱਕ ਸਾਡਾ ਗਮਨ ਨਹੀਂ ਹੈ, ਜਿੱਥੇ ਤੱਕ ਸਾਡੀ ਕੋਈ ਪਹੁੰਚ ਨਹੀਂ ਹੈ। ਅਸੀਂ ਨਿੱਜੀ ਰੂਪ ਦੇ ਵਿੱਚ ਆਪਣੇ ਯਤਨਾਂ ਦੇ ਨਾਲ ਉਸ ਨਾਲ ਮਿਲਾਪ ਨਹੀਂ ਕਰ ਸਕਦੇ। ਵਿੱਚ ਵਿਚੋਲੇ ਦੀ ਲੋੜ ਹੈ, ਵਿੱਚ ਗੁਰੂ ਦੀ ਲੋੜ ਹੈ। ਉਹ ਸਮਰੱਥ ਹੈ, ਉਹ ਉਸ ਤਰ੍ਹਾਂ ਦੀ ਕਿਰਪਾ ਬਖਸ਼ਿਸ਼ ਕਰਕੇ ਉਸ ਨਾਲ ਵਿਚੋਲਗੇ ਕਰਕੇ ਮਨਾਉਂਦਾ। ਆਪਾਂ ਪਹਿਲਾਂ ਹੀ ਸਰਵਣ ਕੀਤੇ, ਘੋਲ ਘਮਾਈ ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ। ਇਕੱਲਾ ਨਹੀਂ ਪਛਾਣ, ਪਤਾ ਹੀ ਨਹੀਂ ਲੱਗਦਾ ਵੀ ਕੰਤ ਮੇਰਾ ਕੌਣ ਹੈ, ਦੱਸਣਾ ਵਿਚੋਲੇ ਨੇ। ਸੋ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਕਿ ਤੇਰੇ ਤੱਕ ਸਾਡੀ ਕੋਈ ਪਹੁੰਚ ਨਹੀਂ ਹੈ ਕਿਸੇ ਦੀ। ਅਗੰਮ ਅਗੰਮਾ ਕਵਨ ਮਹਿਮਾ, ਤੇ ਕੌਣ ਤੇਰੀ ਮਹਿਮਾ ਕਰੇ। ਅਸੀਂ ਇਸ ਤਰ੍ਹਾਂ ਦੀ ਸਮਰੱਥਾ ਨਹੀਂ ਰੱਖਦੇ, ਬਸ ਸਾਡੇ 'ਤੇ ਕਿਰਪਾ ਕਰ। ਮਨ ਜੀਵੈ ਸੁਣ ਸੋ, ਅਸੀਂ ਮੇਰਾ ਮਨ ਸਾਨੂੰ ਬਖਸ਼ਿਸ਼ ਕਰਕੇ ਸਮਝਾਉਂਦੇ ਨੇ ਕਿ ਉਹਦੀ ਸ਼ੋਭਾ ਸੁਣ ਕੇ ਜਿਉਂਦਾ ਹੈ। ਮਨ ਉਹਦੀ ਸ਼ੋਭਾ ਸੁਣ ਕੇ ਜਿਉਂਦਾ, ਨਹੀਂ ਤਾਂ ਇਹਦੀ ਹਾਲਤ ਬੜੀ ਮਾੜੀ ਹੈ। ਇਹਨੂੰ ਟਿਕਾ ਕੇਵਲ ਤੇ ਕੇਵਲ ਅਕਾਲ ਪੁਰਖ ਵਾਹਿਗੁਰੂ ਦੀ ਉਪਮਾ ਸੁਣ ਕੇ ਹੀ ਆਉਣਾ। ਇਹ ਬੜਾ ਇਸ ਤਰ੍ਹਾਂ ਦਾ ਇਹਦੀ ਹਾਲਤ ਹੈ ਕਿ ਇੱਕ ਸਕਿੰਟ 'ਚ ਹਜ਼ਾਰਾਂ ਲੱਖਾਂ ਦੀ ਗਿਣਤੀ 'ਚ ਫੁਰਨੇ ਛੱਡਦਾ, ਕੋਈ ਕੰਟਰੋਲ ਨਹੀਂ।
ਘਟਦੇ ਨਹੀਂ ਹੈ, ਸਗੋਂ ਵੱਧਦੇ ਜਾਂਦੇ ਆ। ਇੱਥੇ ਆਉਣ ਦਾ ਫਾਇਦਾ ਕੀ ਹੈ ਕਿ ਜਦੋਂ ਗੁਰੂ ਮਹਾਰਾਜ ਦੀ ਕਿਰਪਾ ਦਾ ਪਾਤਰ ਬਣਦਾ, ਉਹਦੀ ਮਿਹਰ ਹੁੰਦੀ ਹੈ, ਉਹਦੇ 'ਤੇ ਨਜ਼ਰ ਪੈਂਦੀ ਹੈ, ਫੁਰਨੇ ਘਟਣੇ ਸ਼ੁਰੂ ਹੋ ਜਾਂਦੇ ਨੇ। ਘਟਦੇ 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 ਅਫਰ ਉਹ ਅਵਸਥਾ ਬਖਸ਼ਿਸ਼ ਹੋ ਜਾਂਦੀ ਹੈ ਜਿੱਥੇ ਫੁਰਨੇ ਬਿਲਕੁਲ ਹੀ ਬੰਦ ਹੋ ਜਾਂਦੇ। ਉਹਨੂੰ ਕਹਿੰਦੇ ਨੇ ਅਫੁਰ, ਸੁੰਨ ਸਮਾਧੀ, ਟਿਕਾਓ ਹੋਣਾ। ਕਿਉਂਕਿ ਭੱਜਾ ਨੱਠੀ ਮਨ ਨੇ ਕਰਾਉਣੀ ਹੈ, ਜਿੰਨੇ ਵੱਧ ਫੁਰਨੇ ਉਨੇ ਵੱਧ ਭਟਕਣਾ, ਜਿੰਨੀ ਵੱਧ ਚਿੱਤ ਬਣੀ ਉਨੀ ਵੱਧ ਗੜਬੜ ਹੈ। ਇਸ ਲਈ ਚਿੰਤਾ ਛੱਡ ਕੇ ਚਿੰਤਨ ਕਰਨ ਦੀ ਲੋੜ ਹੈ। ਚਿੰਤਾ ਦਾ ਕਾਰਨ ਹੈ ਫੁਰਨਿਆਂ ਦੀ ਬਹੁਤਾਤ, ਵੱਡੀ ਪੱਧਰ 'ਤੇ ਫੁਰਨੇ ਆਏ ਜਿਹੜੇ, ਇੱਕ ਆ ਕੇ ਹਟਿਆ ਨੇ, ਦੂਜਾ ਤੀਜਾ ਮਗਰ ਲੜੀ ਲੱਗੀ ਹੋਈ ਹੈ। ਅੰਮ੍ਰਿਤ ਵੇਲੇ ਥੋੜ੍ਹਾ ਜਿਹਾ ਟਿਕਾ ਵੈਸੇ ਨੈਚੁਰਲੀ ਹੁੰਦਾ ਹੈ, ਕਿਉਂਕਿ ਨੀਂਦ ਤੋਂ ਉਹ ਆਰਾਮ ਕਰਕੇ ਵਿਅਕਤੀ ਉੱਠਿਆ। ਜੇ ਫੁਰਨੇ ਘੱਟ ਹੁੰਦੇ ਨੇ, ਥੋੜ੍ਹੇ ਜਿਹੇ ਬਾਹਲੇ ਨਹੀਂ ਖਿੰਡਿਆ ਹੁੰਦਾ ਸੁਰਤ, ਜਿਉਂ-ਜਿਉਂ ਸੂਰਜ ਨਿਕਲਦਾ ਸੁਰਤ ਖਿੰਡਦੀ ਹੈ। ਦੁਨੀਆ ਦਾ ਰੌਲਾ ਘਟੌਲਾ, ਇੱਧਰੋਂ ਫੋਨ ਆ ਗਿਆ, ਉਹ ਹੋ ਗਿਆ, ਕੁਛ ਪਤਾ ਨਹੀਂ, ਜੋ ਵੀ ਆਪਾਂ ਕਰਦੇ ਹਾਂ। ਸੋ ਉਹ ਤੋਂ ਪਹਿਲਾਂ ਸਤਿਗੁਰਾਂ ਨੇ ਪਹਿਲ ਜੋ ਸਾਨੂੰ ਬਖਸ਼ਿਸ਼ ਕੀਤਾ, ਅੰਮ੍ਰਿਤ ਵੇਲਾ, ਸੱਚ ਨੌ ਬੜੇ ਵਿਚਾਰ ਦਾ, ਕਥਾ ਕੀਰਤਨ, ਨਿਤਨੇਮ ਦਾ, ਉਹਦਾ ਮਕਸਦ ਕੁਛ ਨਾ ਕੁਛ ਤੈਨੂੰ ਟਿਕਾ ਪਹਿਲਾਂ ਹੀ ਹੈ ਇਸ ਸਮੇਂ ਦੇ ਵਿੱਚ। ਤੇ ਤੂੰ ਗੁਰੂ ਦੀ ਸ਼ਰਨ 'ਚ ਆ, ਅਤੇ ਤੇਰਾ ਮਨ ਉਸ ਨੂੰ ਸੁਣ ਕੇ ਹੀ ਅਸਲ 'ਚ ਇਹ ਖਿਲੂਗਾ, ਜਿੰਦਾ ਹੈ। ਨਹੀਂ ਤਾਂ ਇਹ ਮਨ ਜਿੰਦਾ ਨਹੀਂ ਹੈ, ਭਾਵ ਕਿ ਆਤਮਿਕ ਰੂਪ ਦੇ ਵਿੱਚ ਇਹ ਤੇਰੀ ਸਹਾਇਤਾ ਨਹੀਂ ਕਰੇਗਾ। ਉਦੋਂ ਕਰੇਗਾ ਜਦੋਂ ਚੁੱਪ ਕਰੇਗਾ, ਫਿਰ ਇਹ ਆਤਮਾ ਦੀ ਗੱਲ ਸੁਣੂਗਾ, ਨਹੀਂ ਤਾਂ ਸੁਣਨੇ ਦਿੰਦਾ। ਇਹ ਭੋਲਾ ਹੈ, ਐਂ ਲਾ ਲਓ, ਭੋਲਾ ਵਿਚਾਲੇ ਸਰੀਰ, ਮਨ ਅਤੇ ਆਤਮਾ। ਮਨ ਵਿਚਾਲੇ ਹੈ, ਪੁਲ ਦਾ ਕੰਮ ਕਰਦਾ ਹੈ। ਆਪਾਂ ਕਿਸੇ ਪਰਲੇ ਕੰਢੇ ਲੱਗਣਾ ਤਾਂ ਪੁਲ ਟੱਪ ਕੇ ਲੱਗਾਂਗੇ, ਜੇ ਉਰਾਂ ਖੜਿਆ ਜਾਂ ਪਰਾਂ ਖੜਿਆ ਵਿਚਾਲੇ ਪੁਲ, ਤਾਂ ਇਹਨੂੰ ਮਨ ਨੂੰ ਕ੍ਰੋਸ ਕਰਨਾ, ਲੰਘਣਾ। ਆਪਾਂ ਸ਼ਬਦ ਬੋਲਦੇ ਹਾਂ ਕਿ ਇਹਦੀ ਆਤਮਾ ਮਰੀ ਹੋਈ ਹੈ, ਇਹਦੀ ਜ਼ਮੀਰ ਮਰੀ ਹੋਈ ਹੈ, ਇਹ ਕੰਮ ਕਰਦਾ ਹੈ। ਕਿਉਂ? ਕਿਉਂਕਿ ਉਹਦੀ ਸੁਣਦੇ ਨਹੀਂ। ਹਰ ਵਿਅਕਤੀ ਦੀ ਆਤਮਾ ਇੱਕ ਪੁਕਾਰ ਕਰਦੀ ਹੈ, ਇੱਕ ਸੰਦੇਸ਼ ਦਿੰਦੇ ਆ ਵੀ ਇਹ ਕੰਮ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਹੈ, ਉਹ ਦੱਸਦੇ ਵੀ ਗਲਤ ਹੈ। ਆਪਾਂ ਕਦੇ ਗਲਤ ਫੁਰਨਾ ਆਇਆ, ਗਲਤ ਕਰਨ ਲੱਗੇ, ਪਰ ਇੱਕ ਵਾਰੀ ਉਹਨੇ ਟੋਕਣਾ ਜ਼ਰੂਰ ਹੈ, ਉਹਦੀ ਡਿਊਟੀ ਹੈ। ਕਿਉਂਕਿ ਵਿੱਚ ਬੈਠਾ ਵੀ ਗਲਤ ਹੈ ਜਿਹੜਾ ਕਰੀ ਜਾਂਦਾ, ਉਹ ਕਹਿੰਦਾ ਕੋਈ ਨਹੀਂ, ਸਾਰੇ ਕਰੀ ਜਾਂਦੇ, ਸਾਰੇ ਨਸ਼ਾ ਪੀ ਜਾਂਦੇ ਨੇ, ਮੈਂ ਪੀ ਲੂੰਗਾ ਫਿਰ ਕੀ ਹੋਊਗਾ, ਸਾਰੇ ਚੋਰੀ ਕਰੀ ਜਾਂਦੇ ਨੇ, ਮੈਂ ਕਰ ਲੂੰ ਫਿਰ ਕੀ ਹੋ ਜੂਗਾ, ਸਾਰੇ ਝੂਠ ਬੋਲੀ ਜਾਂਦੇ ਨੇ, ਮੈਂ ਬੋਲ ਲੂੰਗਾ ਫਿਰ ਕੀ ਹੋ ਜੂਗਾ, ਸਾਰੇ ਇੱਧਰ ਲੱਗੇ ਨੇ ਅਤੇ ਮੈਂ ਵੀ ਇੱਧਰ ਨਹੀਂ। ਉਹ ਕਹਿੰਦੇ ਵੀ ਲੱਗੇ ਨੇ, ਨਹੀਂ ਸਮਝ ਬਿਨ ਸ਼ਬਦ ਹੈ ਅੰਤਰ ਆਨੇਰਾ, ਨਾ ਬਸਤ ਲਹੈ ਨਾ ਚੂਕੈ ਫੇਰਾ। ਤੈਨੂੰ ਉਹ ਪ੍ਰਾਪਤੀ ਨਹੀਂ ਹੋਣੀ ਜਿਹਦੇ ਲਈ ਆਏ ਜਾ ਕੋ ਆਏ, ਤੂੰ ਉਹ ਨਹੀਂ ਖਰੀਦ ਰਿਹਾ, ਤੇਰਾ ਫੇਰਾ ਨਹੀਂ ਚੁੱਕਿਆ ਜਾਵੇਗਾ। ਅਖੀਰ 'ਤੇ ਅਖੌਤੀ ਅਰਦਾਸਾਂ ਜੋ ਆਪਾਂ ਵੈਸੇ ਆਪਣੇ ਮਨ ਨੂੰ ਸਮਝਾਉਣ ਲਈ ਕਰਦੇ ਹਾਂ ਕਿ ਵੀ ਇਸ ਤਰ੍ਹਾਂ ਹੋ ਜੂ ਜੀ, ਇਹਦੇ ਨਾਲ ਇਸ ਤਰ੍ਹਾਂ ਕਰ ਦਿਓ, ਸਾਡਾ ਬਹੁਤ ਪਿਆਰਾ ਹੈ, ਉਹ ਨਹੀਂ ਸੁਣਿਆ ਜਾਵੇਗਾ, ਮਾਫ਼ ਕਰ ਲਓ। ਕਿਉਂਕਿ ਜੋ ਕਮਾ ਕੇ ਲੈ ਕੇ ਗਿਆ ਉਹ ਉਹਦੇ ਨਾਲ ਆ ਜਾਂਦਾ ਹੈ। ਇਹ ਆਪਾਂ ਸਰਵਣ ਕੀਤਾ ਹੈ। ਚਾਰ ਆਸ਼ਰਮ ਚਾਰ ਵਰਨਾ ਮੁਕਤ ਭਏ ਸੇਵ ਤੋਂ। ਚਾਰ ਆਸ਼ਰਮ ਮੰਨੇ ਗਏ ਨੇ। ਪਹਿਲਾ ਬ੍ਰਹਮਚਾਰੀ ਹੈ, ਦੂਜਾ ਗ੍ਰਹਿਸਥ ਆਸ਼ਰਮ ਹੈ, ਤੀਜਾ ਬਾਣਪ੍ਰਸਥ ਹੈ, ਚੌਥਾ ਸੰਨਿਆਸ ਹੈ। ਇਹ ਸਨਾਤਨ ਮਤ ਦੇ ਆਸ਼ਰਮ ਨੇ। 25-25 ਸਾਲ ਦੇ ਚਾਰ। ਥੋੜ੍ਹਾ ਜਿਹਾ ਵੇਰਵਾ ਆਪਾਂ ਜਾਣਕਾਰੀ ਲਈ ਲੈਣਾ ਜ਼ਰੂਰੀ ਹੈ, ਨਹੀਂ ਤਾਂ ਪਤਾ ਨਹੀਂ ਲੱਗਦਾ। ਪਹਿਲਾ 25 ਸਾਲ ਦਾ ਜਿਹੜਾ ਬ੍ਰਹਮਚਾਰੀ ਆ, ਜਿਹਦੇ ਵਿੱਚ ਵਿੱਦਿਆ ਪ੍ਰਾਪਤੀ ਹੈ, ਬਚਪਨ ਹੈ, ਉਹ 25 ਸਾਲ ਦਾ। ਪਹਿਲਾਂ ਵਿੱਦਿਆ ਪ੍ਰਾਪਤੀ ਦੇ ਵਿਦਿਆਲੇ ਬਾਹਰ ਹੁੰਦੇ ਸੀਗੇ, ਬੱਚੇ ਸਟੂਡੈਂਟ ਬਾਹਰ ਹੀ ਜਾ ਕੇ ਪੜ੍ਹਦੇ, ਉਹਦੀ ਦੇਖ ਰੇਖ 'ਚ ਰਹਿੰਦੇ, ਆਪਣੇ ਗੁਰੂ ਦੇ ਟੀਚਰ ਦੀ 'ਚ, ਉੱਥੇ ਉਹ ਘੋੜ ਉੱਥੇ ਸਾਰਾ ਕੁਛ ਸਿੱਖਦੇ। 25 ਸਾਲਾਂ ਬਾਅਦ ਹੀ ਉਹਨੂੰ ਭੇਜਿਆ ਜਾਂਦਾ ਘਰੇ ਵੀ ਹੁਣ ਤੂੰ ਆਪਦਾ ਗ੍ਰਹਿਸਥ ਆਸ਼ਰਮ ਦੇ ਯੋਗ ਹੋ ਗਿਆ, ਤੈਨੂੰ ਉਹ ਵਿੱਦਿਆ ਮਿਲ ਗਈ। ਅਤੇ ਉਹਨਾਂ ਦਾ ਆਪਦਾ ਮੱਤ ਸੀਗਾ, ਸੰਨਿਆਸੀ ਮੱਤ, ਜੋ ਸਨਾਤਨ ਮੱਤ ਦੀ ਗੱਲ ਹੈ ਕਿ ਜਦੋਂ ਵੀ ਉਹ ਭੇਜਦੇ ਨਾ 25 ਸਾਲ ਬਾਅਦ, ਉਹਨੂੰ ਢੱਕ ਕੇ ਭੇਜਦੇ ਵੀ ਸੂਰਜ ਵੀ ਸੰਗ ਸਕਦਾ ਤੇਥੋਂ, ਇੰਨੀ ਤੇਰੇ 'ਚ ਰੋਸ਼ਨੀ ਭਰਤੀ, ਇੰਨਾ ਚਾਨਣ ਹੋ ਗਿਆ, ਇੰਨਾ ਗਿਆਨ ਦਿੱਤਾ 25 ਸਾਲਾਂ 'ਚ।
ਉਸ ਸਮੇਂ। ਪਰ ਹੌਲੀ ਹੌਲੀ ਸਮਾਂ ਬਦਲਦਾ ਗਿਆ, ਅਲੱਗ ਅਲੱਗ ਮਤਾਂ ਦਾ ਵਿਸਤਾਰ ਹੁੰਦਾ ਗਿਆ, ਵਿੱਦਿਆ ਦਾ ਜਿਹੜਾ ਸੀਗਾ ਉਹ ਪ੍ਰਚਾਰ ਪ੍ਰਸਾਰ ਦਾ ਢੰਗ ਬਦਲਦਾ ਗਿਆ। ਇਹ ਮੈਂ ਉਹਨਾਂ ਦੀ ਗੱਲ ਸੁਣਾ ਰਿਹਾ। ਮਾਫ਼ ਕਰਨਾ, 25 ਤੋਂ ਬਾਅਦ ਫਿਰ ਉਹ ਚੱਲਦਾ ਸੀ ਦੂਜਾ ਗ੍ਰਹਿਸਥ ਆਸ਼ਰਮ, ਬੱਚੇ ਵਿਆਹ ਕਰਵਾਉਣਾ, ਉਹ ਉਹਨਾਂ ਦੀ ਪਾਲਣਾ ਪੋਸ਼ਣਾ ਕਰਨੀ, ਸੰਸਾਰਕ ਜ਼ਿੰਮੇਵਾਰੀਆਂ ਨਿਭਾਉਣੀਆਂ। 50 ਸਾਲ ਤੱਕ ਉਹਨਾਂ ਦਾ ਇਸ ਤਰ੍ਹਾਂ ਚੱਲਦਾ। ਔਰ 50 ਤੋਂ ਬਾਅਦ ਬਾਣਪ੍ਰਸਤ, ਪਰ ਕਿ ਘਰ ਦਾ ਮੋਹ ਛੱਡ ਦੇਣਾ, ਬਾਹਰ ਜੰਗਲਾਂ ਦੇ ਵਿੱਚ ਜਾਂ ਹੋਰ ਉੱਥੇ ਉਸ ਜਗ੍ਹਾ 'ਤੇ ਬਤੀਤ ਜ਼ਿਆਦਾ ਸਮਾਂ ਕਰਨਾ। ਅਤੇ ਜਦੋਂ 75 ਦਾ ਹੋ ਗਿਆ ਬਿਲਕੁਲ ਹੀ ਸੰਨਿਆਸ ਲੈ ਲੈਣਾ ਸਾਰੇ ਕਾਸੇ ਤੋਂ, ਵੀ ਬਸ ਸੁਣਾ ਇਹ ਪਿਛਲੇ 25 ਸਾਲ ਉੱਧਰ ਹੀ ਲੱਗਣੇ ਚਾਹੀਦੇ ਆ। ਇਹ ਸੀ ਉਹਨਾਂ ਦੀ ਆਸ਼ਰਮ ਵੰਡ। ਪਰ ਗੁਰਮਤਿ ਇਸ ਦੇ ਨਾਲ ਸਹਿਮਤ ਨਹੀਂ ਹੈ। ਇੱਥੇ ਕੋਈ ਘਰ ਛੱਡਣ ਨੂੰ ਨਹੀਂ ਕਿਹਾ ਗਿਆ, ਕੋਈ ਜੰਗਲਾਂ 'ਚ ਜਾਣ ਨੂੰ ਨਹੀਂ ਕਿਹਾ ਗਿਆ, ਕੋਈ ਸੰਨਿਆਸ ਲੈਣ ਨੂੰ ਨਹੀਂ ਕਿਹਾ ਗਿਆ। ਰਹਿਣਾ ਘਰੇ ਹੀ ਹੈ। ਸਭ ਤੋਂ ਉੱਤਮ ਧਰਮ ਗ੍ਰਹਿਸਥ ਧਰਮ ਹੈ। ਭਾਈ ਗੁਰਦਾਸ ਜੀ ਦੇ ਬਚਨ ਨੇ ਕਿ ਗੁਰੂ ਸਾਹਿਬ ਆਪ ਵੀ ਗ੍ਰਹਿਸਥੀ ਰਹੇ ਨੇ ਸਾਰੇ, ਕਿ ਤੁਸੀਂ ਇਹ ਗ੍ਰਹਿਸਥ ਧਰਮ ਦਾ ਪਾਲਣ ਕਰੋ, ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ, ਹਸੰਦਿਆਂ ਖਲੰਦਿਆਂ ਭਨੰਦਿਆਂ ਖਵੰਦਿਆਂ ਵਿੱਚੇ ਹੋਵੇ, ਮੈਂ ਇਹ ਵੀ ਤੁਹਾਡੀ ਮੁਕਤੀ ਕਰੂੰਗਾ। ਪਰ ਤੁਸੀਂ ਇਹ ਗੱਲ ਧਿਆਨ ਨਾਲ ਸੁਣੋ ਵੀ ਇਹ ਕੰਮ ਬਾਹਰ ਜਾ ਕੇ ਨਹੀਂ ਹੋਣਾ, ਕਿਉਂਕਿ ਮਨ ਕੋਈ ਜ਼ਰੂਰੀ ਨਹੀਂ ਵੀ ਜੰਗਲ 'ਚ ਬੈਠਾ ਹੈ ਤਾਂ ਉੱਥੇ ਹੈ। ਹੁਣ ਜੇ ਗੁਰੂ ਸਾਹਿਬ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਸਿੱਧਾ ਨਾਲ ਉੱਥੇ ਗੋਸ਼ਟੀ ਦੇ ਸਮੇਂ ਉਹ ਕਿੱਥੇ ਬੈਠੇ ਸੀ ਅਤੇ ਮਨ ਉਹਨਾਂ ਦਾ ਕਿੱਧਰ ਫਿਰਦਾ ਸੀਗਾ। ਗੁਰੂ ਸਾਹਿਬ ਨੇ ਜਾ ਕੇ ਵੀ ਇੱਥੇ ਕਿਹੜਾ ਤੁਹਾਡਾ, ਉਰੇ ਆ ਕੇ ਤੁਹਾਡੀ ਤਸੱਲੀ ਹੋ ਗਈ, ਗੱਲ ਤਾਂ ਬਣੀ ਨਹੀਂ ਤੁਹਾਡੀ, ਨਹੀਂ ਨਾ ਬਣੀ। ਇਸੇ ਕਰਕੇ ਗੁਰੂ ਸਾਹਿਬ ਨੂੰ ਉਹਨਾਂ ਨੇ ਮੰਨਣਾ ਪਿਆ ਸਾਰੀ ਵਿਚਾਰਧਾਰਾ ਵੀ ਹਾਂ ਜੀ ਠੀਕ ਹੈ। ਸੋ 4 ਆਸ਼ਰਮ, 4 ਵਰਨਾ, ਖੱਤਰੀ ਬ੍ਰਾਹਮਣ ਸੂਦ ਵੈਸ਼, ਇਹ ਵੀ ਵਰਨ ਵੰਡ ਪਹਿਲਾਂ ਤੋਂ ਸਨਾਤਨ ਮੱਤ ਤੋਂ ਚੱਲੀ ਆ ਰਹੀ ਹੈ, ਉਹਨਾਂ ਨੇ ਬਣਾਈ। ਪਰ ਗੁਰਮਤਿ ਇਹਦੇ ਨਾਲ ਵੀ ਨਹੀਂ ਸਹਿਮਤ, ਕਿਉਂਕਿ ਆਪਾਂ ਨੂੰ ਪੜ੍ਹਨਾ ਤਾਂ ਪਊਗਾ ਨਾ ਪਿੱਛੋਂ ਇਤਿਹਾਸ ਵੀ ਕੀ ਚੱਲ ਰਿਹਾ ਸੀ ਸੰਸਾਰ ਦਾ। ਜੇ ਉਹਦੀ ਜਾਣਕਾਰੀ ਹੋਊਗੀ ਤਾਂ ਹੀ ਗੁਰਮਤਿ ਦੀ ਸਾਨੂੰ ਸੋਝੀ ਹੋਊਗੀ ਵੀ ਗੁਰਮਤਿ ਦੇ ਨਾਲ ਵੱਖਰੀ ਕਿਵੇਂ ਹੈ, ਗੁਰਮਤਿ ਦਾ ਨਿਰਾਲਾ ਬਣ ਕੀ ਹੈ, ਇਹਨਾਂ ਦੇ ਨਾਲ ਨਿਆਰਾ ਬਣ ਕੀ ਹੈ। ਮਹਾਰਾਜ ਨੇ ਬਚਨ ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ 4 ਵਰਨਾ ਕੋ ਸਾਂਝਾ। ਇੱਥੇ ਕੋਈ ਨਹੀਂ ਹੈ, ਕਿਉਂਕਿ ਇੱਥੇ ਤਾਂ ਸਾਰੇ ਪਰਮਾਤਮਾ ਦੇ ਨੇ। ਅੱਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਤਾਂ ਕੋਈ ਜਾਤ-ਪਾਤ ਹੈ ਹੀ ਨਹੀਂ ਹੈ। ਇੱਥੇ ਕੋਈ ਖੱਤਰੀ ਨਹੀਂ, ਕੋਈ ਬ੍ਰਾਹਮਣ ਨਹੀਂ, ਕੋਈ ਸ਼ੂਦਰ ਨਹੀਂ, ਕੋਈ ਵੈਸ਼ ਨਹੀਂ, ਸਾਰੇ ਇੱਕੋ ਤੋਂ ਪੈਦਾ ਹੋਏ, ਏਕ ਨੂਰ ਤੇ। ਇਹ ਥੋੜ੍ਹੇ ਵੀ ਖੱਤਰੀ ਦੇ ਵਿੱਚ ਕੁਝ ਹੋਰ ਹੈ, ਬ੍ਰਾਹਮਣ 'ਚ ਕੋਈ ਹੋਰ ਖੂਨ ਹੈ, ਸਾਰਿਆਂ ਦਾ ਇੱਕੋ ਰੰਗ ਹੈ, ਇੱਕੋ ਸਭ ਕੁਛ ਹੈ। ਉਸਨੇ ਸਾਨੂੰ ਮਨੁੱਖ ਬਣਾ ਕੇ ਭੇਜਿਆ, ਮਨ ਦੇ ਕੇ ਭੇਜਿਆ। ਅੱਗੇ ਉਹ ਜੋ ਵਰਨ ਆਸ਼ਰਮ ਦੀ ਵੰਡ ਦੇ ਵਿੱਚ ਕੰਮਾਂ ਦੇ ਹਿਸਾਬ ਨਾਲ ਵੰਡੀ ਗਈ ਸੀ ਵੈਸੇ ਤਾਂ ਉਦੋਂ, ਪਰ ਉਹ ਇੰਨੀ ਕੱਟੜ ਰੂਪ ਧਾਰਨ ਕਰ ਗਈ ਕਿ ਮਨੁੱਖਤਾ ਦੀ ਜੋ ਗੱਲ ਸੀ ਉਹ ਤੋਂ ਅਸੀਂ ਪਰੇ ਹੋ ਗਏ। ਅਸੀਂ ਮੰਨਣਾ ਸ਼ੁਰੂ ਕਰਤਾ ਵੀ ਇਹ ਪਾਠ ਨਹੀਂ ਕਰ ਸਕਦਾ ਜੀ, ਇਹ ਪੜ੍ਹ ਹੀ ਨਹੀਂ ਸਕਦਾ, ਇਹ ਕੰਮ ਕਰ ਹੀ ਨਹੀਂ ਸਕਦਾ, ਹੋਰ ਕਹਾਣੀਆਂ ਜੋੜਤੀਆਂ। ਗਿਆਨ ਅਤੇ ਸ਼ਰਧਾ ਧਰਮ ਦੇ 2 ਅੰਗ ਨੇ। ਸ਼ਰਧਾ ਤੋਂ ਬਿਨਾਂ ਗਿਆਨ ਫਿੱਕਾ ਹੈ, ਔਰ ਗਿਆਨ ਤੋਂ ਬਿਨਾਂ ਸ਼ਰਧਾ ਅੰਨੀ ਹੈ। ਹੁਣ ਕੀ ਕਹਿ ਦਿੱਤਾ, ਕਿਉਂਕਿ ਬਾਣੀ ਵਿਚਾਰ ਨਹੀਂ ਹੈ ਨਹੀਂ, ਬਸ ਕਹੀ ਜਾਣੇ ਸਾਡੀ ਸ਼ਰਧਾ ਹੈ ਜੀ, ਸਾਡੀ ਸ਼ਰਧਾ ਹੈ ਜੀ। ਠੀਕ ਹੈ, ਸ਼ਰਧਾ ਤੋਂ ਬਿਨਾਂ ਤਾਂ ਗੱਲ ਬਣਦੀ ਹੀ ਨਹੀਂ ਹੈ, ਹੋਣੀ ਚਾਹੀਦੀ ਹੈ, ਪੱਕਾ ਭਰੋਸਾ, ਦ੍ਰਿੜਤਾ ਹੋਣੀ ਚਾਹੀਦੀ ਹੈ। ਮੇਰੀ ਪੱਕੀ ਸ਼ਰਧਾ ਹੈ ਕਿ ਗੁਰੂ ਮੇਰੇ ਸਦਾ ਅੰਗ ਸੰਗ ਹੈ ਅਤੇ ਮੇਰੇ ਸਦਾ ਨਾਲ ਹੈ, ਅਤੇ ਸਤਿਗੁਰ ਤੁਮਰੇ ਕਾਜ ਸਵਾਰੇ ਮੈਂ ਮੰਨਦਾ। ਮੇਰੀ ਸ਼ਰਧਾ ਪੱਕੀ, ਮੈਂ ਕਿਤੇ ਜਾਂਦਾ ਹੀ ਨਹੀਂ ਹੋਰ। ਮੈਂ ਜਿਹੜੀ ਵੀ ਆਪਣੀ ਮਨ ਦੀ ਕਰੇ ਗੁਰੂ ਅੱਗੇ ਰੱਖਦਾ। ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ, ਕਰਦਾ। ਹੁਣ ਜੇ ਗੁਰੂ ਸਾਹਿਬ ਨੇ ਉਹ ਪ੍ਰਵਾਨ ਨਹੀਂ ਕੀਤੀ, ਗੱਲ ਮੰਨ ਲਓ ਮੇਰੀ ਮੰਗ ਹੈ, ਉਹਨੂੰ ਪਤਾ ਵੀ ਇਹ ਮੰਗ ਦੇ ਲਈ ਠੀਕ ਨਹੀਂ ਹੈ, ਕਿਉਂਕਿ ਉਹ ਤਾਂ ਸਰਬ ਕਲਾ ਦਾ ਗਿਆਤਾ ਹੈ। ਉਹਨੇ ਨਹੀਂ ਮੰਨੀ ਅਤੇ ਮੈਂ ਭੱਜ ਗਿਆ ਵੀ ਨਹੀਂ ਯਾਰ ਇੱਥੇ ਨਹੀਂ ਹੈ,
उधर चलो, ਉਹ ਸਹੀ ਕਰ ਦਿੰਦਾ। ਐ ਨਹੀਂ, ਉਹਨੂੰ ਕਹਿੰਦੇ ਸ਼ਰਧਾ। ਗਿਆਨ ਦੇ ਨਾਲ ਸ਼ਰਧਾ ਦਾ ਸੁਮੇਲ। ਸੋ ਗਿਆਨ ਜ਼ਰੂਰੀ ਹੈ। ਅੰਨੀ ਸ਼ਰਧਾ, ਬਲਾਈਂਡ ਫੇਥ ਹੋਣਾ ਚਾਹੀਦਾ, ਪਰ ਜਿਹਦੇ ਕਰਨਾ ਉਹ ਸਜਾਖਾ ਚਾਹੀਦਾ, ਪੂਰਾ ਚਾਹੀਦਾ। ਕਰੋ ਸ਼ਰਧਾ। ਕੌਣ ਰੋਕਦਾ ਸ਼ਰਧਾ ਨੂੰ? ਚਾਰ ਆਸ਼ਰਮ ਚਾਰ ਵਰਨਾ ਮੁਕਤ ਭਏ ਸੇਵਤੋ। हे प्रभु, सारे मुक्त हो गए तेरी सेवा च, मुक्त भए सेवतो। उस अकाल पुरख वाहिगुरू परमात्मा की सेवा, मनुखता की सेवा, परमात्मा की सेवा है, बिना भेदभाव तो सेवा। ये नहीं भी मेरी जाति का जी मैं इनू विशेष तौर पर कोई सन्मान करना है, एक वो है, ऐ नहीं। जो ये कम आ गया फिर नहीं गल बननी, फिर मुक्ति नहीं मिलती, क्योंकि तो सब च बैठा है। ਜਿਹਨੂੰ ਅਸੀਂ ਖੌਤੀ ਰੂਪ ਦੇ ਵਿੱਚ ਉਹ ਵਰਨ ਵੰਡ ਦੇ ਵਿੱਚ ਮੰਨਿਆ ਹੋਇਆ ਹੈ ਕਿ ਉਹ ਪਰਮਾਤਮਾ ਦਾ ਰੂਪ ਨਹੀਂ ਹੈ, ਉਹ ਕਿਧਰੋਂ ਹੋ ਰਿਹਾ ਹੈ, ਉਹਦੇ ਵਿੱਚ ਆਤਮਾ ਨਹੀਂ ਹੈ। ਉਹ ਆਪਦੇ ਆਪ ਬੋਲ ਰਿਹਾ, ਉਹ ਆਪਦੇ ਆਪ ਬਣ ਕੇ ਉਤਰਿਆ ਇੱਥੇ ਨਹੀਂ। ਗੁਰਮਤ ਦਾ ਇਸ ਗੱਲ ਦੇ, ਪਰ ਗੁਰਮਤ ਦਾ ਕਿਉਂਕਿ ਪ੍ਰਚਾਰ ਪ੍ਰਸਾਰ ਜੋ ਪ੍ਰਬੰਧਕੀ ਢਾਂਚਿਆਂ ਦੇ ਨਿਘਾਰਾਂ ਆਈਆਂ ਨੇ, ਉਹਦੇ ਨਾਲ ਇਸ ਤਰ੍ਹਾਂ ਦਾ ਬਣਾ ਦਿੱਤਾ ਗਿਆ ਕਿ ਉਹ ਸਾਰਾ ਕੁਛ ਜੋ ਪਹਿਲਾਂ ਸੀ ਉਵੇਂ ਚੱਲੇ ਜਾ ਰਿਹਾ। ਮਾਫ਼ ਕਰਨਾ, ਇਹ ਅਸੀਂ ਰਲ ਕੇ ਇਹਦਾ ਹੱਲ ਕੱਢਣਾ ਹੈ, ਕਿਉਂਕਿ ਜੋ ਗੁਰਮਤਿ ਸਾਨੂੰ ਸੰਦੇਸ਼ ਦਿੰਦੀ ਹੈ, ਆਪਾਂ ਆਪਣੇ ਕੋਲ ਤਾਂ ਕੁਛ ਵੀ ਨਹੀਂ ਕਰਨਾ। ਆਪਾਂ ਆਪਦਾ ਉਪਦੇਸ਼ ਤਾਂ ਨਾ ਸੁਣਾਉਣਾ ਹੈ, ਨਾ ਆਪਦੇ ਉਪਦੇਸ਼ ਸੁਣਨ ਦੀ ਕੋਈ ਲੋੜ ਹੈ। ਅਸੀਂ ਤਾਂ ਸੰਕੋਚ ਨਹੀਂ ਕਰਦੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਦੇ ਵਿੱਚ ਆਪਣਾ ਉਪਦੇਸ਼ ਦੇਣਾ ਸ਼ੁਰੂ ਕਰ ਦਿੰਦੇ ਹਾਂ ਵੀ ਹੁਣ ਜੇ ਅਸੀਂ ਸ਼ਰਧਾਂਜਲੀਆਂ ਭੇਂਟ ਕਰਾਂਗੇ, ਕਿਹੜੀਆਂ ਰਹਿ ਗਈਆਂ ਉਹ ਵੀ ਗੁਰੂ ਸਾਹਿਬ ਨੂੰ ਪਤਾ ਨਹੀਂ ਕਿੰਨਾ ਕੁ ਵਧੀਆ ਸੀ, ਕਿਹਨੂੰ ਸੁਣਾਉਂਦੇ ਹੋ? ਆਪਾਂ ਹਟ ਹੀ ਨਹੀਂ ਸਕਦੇ। ਆਪਾਂ ਆਪਦੇ ਇਸ ਨਿੱਜੀ ਮਨੋਰਥ ਨੂੰ ਲੈ ਕੇ ਸ਼ੁਰੂ ਕਰ ਦਿੰਦੇ ਹਾਂ। ਇਕੱਠ ਬੈਠ ਵੀ ਤੁਸੀਂ ਭਲੇ ਬਾਹਰ ਜਦੋਂ ਹੁਕਮਨਾਮਾ ਹੋ ਗਿਆ, ਅੰਤਮ ਅਰਦਾਸ ਹੋ ਗਈ, ਸਭ ਕੁਝ, ਇਹਦੇ ਉੱਪਰ ਤਾਂ ਗੱਲ ਰਹੀ ਨਹੀਂ ਹੈ। ਚਰਨਾਂ 'ਚ ਨਿਵਾਸ ਵਾਸਤੇ ਬੇਨਤੀ ਕਰਤੀ, ਹੁਣ ਕੀ ਗੁਣਗਾਨ ਕਰ ਰਹੇ ਹੋ? ਕੀ ਲੋੜ ਉਹਦੀ? ਬਾਕੀ ਰਹਿ ਗਿਆ ਕਰਨਾ ਕੋਈ ਯੋਗ ਪ੍ਰਾਣੀ ਉਸ ਤਰ੍ਹਾਂ ਦਾ ਹੈ, ਕਰਨਾ ਤਾਂ ਜ਼ਰੂਰ ਕਰੋ, ਆਪੇ ਇਹ ਵੀ ਨਹੀਂ ਰੋਕਦੇ, ਪਰ ਉਹਦੇ ਲਈ ਇੱਕ ਵੱਖਰਾ ਸਥਾਨ ਨਿਰਧਾਰਿਤ ਕੀਤਾ ਜਾ ਸਕਦਾ ਹੈ। ਗੁਰੂ ਮਹਾਰਾਜ ਦੀ ਹਜ਼ੂਰੀ 'ਚ ਨਹੀਂ ਇਹ ਕੰਮ ਹੋਣਾ ਚਾਹੀਦਾ। ਘੱਟੋ ਘੱਟ ਇੰਨੀ ਕੁ ਤਾਂ ਅਸੀਂ ਕਰ ਸਕਦੇ ਹਾਂ, ਪਰ ਅਸੀਂ ਕੋਈ ਪਰਵਾਹ ਨਹੀਂ। ਅਸੀਂ ਜਿਹੜਾ ਉੱਠੇ ਜੀ ਮੈਂ ਜੀ ਉਹ ਆਏ ਸੀ ਜੀ ਆਏ ਸੀ, ਨਹੀਂ ਚੱਲ ਪਿਆ, ਇਹ ਨਹੀਂ ਸਾਡੀ ਨਿੱਜੀ ਸਿੱਖਿਆ ਕੋਈ ਨਹੀਂ ਹੈ। ਵਿਆਹਾਂ ਦੇ ਵਿੱਚ ਰਹਿਤ ਮਰਿਆਦਾ ਹਰ ਗੁਰੂ ਘਰ 'ਚ ਹੋਣੀ ਚਾਹੀਦੀ ਹੈ। ਵਿਆਹਾਂ ਦੇ ਵਿੱਚ ਕੀ ਚੱਲਦਾ ਹੈ? ਹੁਣ ਹਟੇ ਹੋਣੇ ਮਾੜਾ ਮੋਟਾ ਭਾਜੇ ਵੀ ਕਰ ਦਿੰਦੇ ਆ ਵੀ ਹੁਣ ਜੇ ਸਿੱਖਿਆ ਦੇਊਗੀ, ਇਹ ਲੜਕੀ ਪੜੂਗੀ, ਸਿੱਖਿਆ ਪੜੂਗੀ, ਵੀ ਗੁਰੂ ਸਾਹਿਬ ਤੋਂ ਉੱਤੋਂ ਦੀ ਸਿੱਖਿਆ ਕੋਈ ਬਾਕੀ ਰਹਿ ਗਈ ਕੋਈ ਜਿਹੜੀ ਇਹ ਪੜ੍ਹ ਕੇ ਜਾਂ ਮੈਂ ਪੜ੍ਹ ਕੇ ਸੁਣਾਊਂਗਾ? ਮੇਰਾ ਮਸਲਾ ਤਾਂ ਪੈਸਿਆਂ ਦਾ, ਚਾਰ ਟੋਕ ਵਿਆਹ ਚੱਲ ਬਣ ਜਾਣਗੇ ਜੀ, ਇਹਨੂੰ 4 ਪੈਸੇ ਦੇ ਦਿਓ। ਗੁਰੂ ਤੋਂ ਉੱਪਰ ਦੀ ਕੋਈ ਸਿੱਖਿਆ ਸੰਸਾਰ 'ਚ ਹੈ ਨਹੀਂ ਹੈ, ਇਹ ਮੰਨ ਕੇ ਚੱਲਣਾ ਚਾਹੀਦਾ। ਐ ਨਹੀਂ ਹੋਊਗਾ ਉੱਥੇ ਉਦੋਂ ਤੁਰਤ ਕਹਿਣ ਨਾਲ ਨਹੀਂ ਉਸ ਭੈਣ ਦਾ ਮਨ ਬਦਲਣਾ ਜਾਂ ਜੀਵਨ ਬਦਲਣਾ ਵੀ ਜਾ ਕੇ ਸੱਸ ਸਹੁਰੇ ਨੂੰ ਐਂ ਕਰੀ। ਉਹ ਤਾਂ ਤੁਸੀਂ ਉਹਨੂੰ ਪਹਿਲਾਂ ਟ੍ਰੇਨਿੰਗ ਕਿੰਨੀ ਦਿੱਤੀ 20 ਸਾਲਾਂ 'ਚ। ਤੁਸੀਂ ਆਪਦਾ ਜੀਵਨ ਦਾ ਮਾਡਲ ਤੁਹਾਡਾ ਉਹਨੇ ਅਪਣਾਉਣਾ ਹੈ। ਉਹਦੇ ਵਿੱਚ ਜੋ ਸੰਸਕਾਰ ਭਰਤ ਉਹ ਕਦੇ ਵੀ ਨਹੀਂ ਭੁੱਲੂਗੇ। ਉਹ ਗੁਰਮਤਿ ਨਾਲ ਜੁੜੀ ਹੈ, ਗੁਰੂ ਦਾ ਉਹਨੇ ਬਾਣੀ ਪੜ੍ਹਦੀ ਹੈ, ਉਪਦੇਸ਼ ਉਹਨੂੰ ਪਤਾ ਹੈ, ਤਾਂ ਮੰਨੂਗੇ ਵੀ ਮੇਰਾ ਮਾਂ ਬਾਪ ਹੈ। ਉਦੋਂ ਇੱਕ ਮਿੰਟ ਕਹਿਣ ਨਾਲ ਨਹੀਂ ਉਹਨੇ ਬਦਲਣਾ ਹੈ ਕਿਸੇ ਨੇ, ਨਾ ਮੈਂ ਨਾ ਕਿ ਤੁਸੀਂ। ਸੋ ਧਿਆਨ 'ਚ ਰੱਖਣਾ। ਮਹਾਰਾਜ ਕੀ ਵਚਨ ਕਿ ਉਹ ਇਸੇ ਨੇ ਮੁਕਤ ਹੋਣਾ ਜਿਹੜਾ ਉਹਦੀ ਸੇਵਾ 'ਚ ਆ ਗਿਆ। ਗੁਰ ਸ਼ਬਦ ਦ੍ਰਿੜਾਇਆ ਪਰਮ ਪਦ ਪਾਇਆ, ਦੁਤੀਆ ਗਏ ਸੁਖ ਹੋ। ਗੁਰੂ ਨੇ ਸ਼ਬਦ ਦ੍ਰਿੜ ਕਰਾਤਾ, ਪੱਕਾ ਕਰਾਤਾ। ਦ੍ਰਿੜ ਮੈਨੇ ਪੱਕਾ। ਪੁਰਾਤਨ ਸਮੇਂ ਦੀ ਮੇਰੇ ਕੋਲ ਗੱਲ ਯਾਦ ਹੈ। ਦੇਖੋ ਕਿੰਨਾ ਨਿਘਾਰਾ ਹੈ ਹੁਣ, ਕਿੰਨਾ ਮੀਡੀਆ ਦਾ ਯੁੱਗ ਹੈ, ਕਿੰਨਾ ਪ੍ਰਚਾਰ ਦਾ ਯੁੱਗ ਹੈ, ਕਿੰਨਾ ਕੁਛ ਹੈ, ਕਿੰਨੀ ਕੁ ਬਾਣੀ ਕੰਠ ਹੈ, ਕਿੰਨੇ ਘਰਾਂ 'ਚ ਨਿਤਨੇਮ ਹੁੰਦਾ ਹੈ, ਕਿੰਨੇ ਘਰ ਨੇ ਭਾਗਾਂ ਵਾਲੇ ਜਿੱਥੇ ਰੋਜ਼ ਸਵੇਰੇ ਜਪਜੀ ਸਾਹਿਬ ਦਾ ਪਾਠ ਹੁੰਦਾ ਹੈ, ਸ਼ਾਮ ਨੂੰ ਰਹਿ ਰਾਸ ਦਾ ਹੁੰਦਾ ਹੈ, ਕਿੰਨੇ ਮੂਲ ਮੰਤਰ, ਕਿੰਨੇ ਇਕੱਠੇ ਬਹਿ ਕੇ ਰਹਿ ਰਾਸ ਦਾ ਪਾਠ ਕਰਦੇ ਹਾਂ ਅਸੀਂ, ਕਿੰਨੇ ਅੰਮ੍ਰਿਤ ਵੇਲੇ ਅਸੀਂ ਮੀਡੀਆ ਤੋਂ ਵੀ ਸੁਣਦੇ ਹਾਂ। ਜੇ ਚਲੋ ਅੱਜ ਕੱਲ੍ਹ ਮੀਡੀਆ ਦਾ ਯੁੱਗ ਹੈ, ਉਹਦੇ ਵਿੱਚ ਵੀ ਦਰਬਾਰ ਸਾਹਿਬ ਤੋਂ ਸਿੱਧਾ ਪ੍ਰਸਾਰਣ ਹੋ ਰਹੇ, ਅਨੇਕਾਂ ਚੈਨਲ ਚੱਲ ਰਹੇ ਨੇ ਗੁਰਬਾਣੀ ਦੇ, ਕਿੰਨੇ ਕੁ ਸਰਵਣ ਕਰਦੇ ਹਾਂ ਲਾ ਕੇ, ਕਿੰਨੇ ਕੁ ਪੜ੍ਹਦੇ ਹਾਂ, ਕਿੰਨਾ ਕੁ ਨਿਤਨੇਮ ਅਸੀਂ ਕਰਦੇ ਹਾਂ, ਕਿੰਨਾ ਸਮਾਂ ਅੰਮ੍ਰਿਤ ਵੇਲੇ ਦਾ ਸੰਭਾਲਦੇ ਹਾਂ। ਪੁਰਾਤਨ ਸਮਿਆਂ ਦੇ ਵਿੱਚ ਅਨਪੜ੍ਹ ਵਿਅਕਤੀ ਜਿਨ੍ਹਾਂ ਨੂੰ ਦਸਤਖਤ ਸੀ ਨਹੀਂ ਕਰਨੇ ਆਉਂਦੇ, ਮੈਂ ਆਪਦੀ ਨਿੱਜੀ ਉਦਾਹਰਨ ਦਿੰਦਾ, ਦਸਤਖਤ ਨਹੀਂ ਕਰਨੇ ਆਉਂਦੇ ਸਮਾਰ ਕੇ, ਮਸੀਂ ਸਿੱਖੇ ਸੀ ਮਾੜਾ ਮੋਟਾ। ਦਾਸ ਦੇ ਸਤਿਕਾਰਯੋਗ ਪਿਤਾ ਜੀ
आप वो अनपढ़ से डेरे 'ਚ माड़ा मोटा पढ़े, सैन बस मਸੀਂ करते थे, ਵੱਡੇ ਅੱਖਰ पा के। पर बाणी जपजी साहब भी कंठ है, जाप साहब भी कंठ है, कीर्तन सारियां कंठ ने। गुरबाणी का पाठ भी करते हैं। कित्थों सिੱਖਿਆ? क्योंकि साडे पिंड मंडेर ये किरपा रही शुरू तो। उत्थे गुरुद्वारा साहब के विच जो पहला छोटे रूप सीगा, उत्थे संथ्या दित्ती जाती सी ते पढ़ाया जाता सी। पढ़ने सारे जाते पढ़न, जे अनपढ़ जो कोई है रट्टा लवाउंदे। सवेरे नाले इशनान नाले मूँह जवानी सारी बाणी याद। ਅਸੀਂ ਤਾਂ ਇਹ ਸਾਰੇ ਕਾਸੇ ਤੋਂ ਅਸੀਂ ਪਰਾਂ ਹੋ ਗਏ, ਸਾਡੇ ਕੋਈ ਕੰਠ ਨਹੀਂ ਹੈ, ਅਸੀਂ ਦੇਖ ਕੇ ਵੀ ਨਹੀਂ ਪੜ੍ਹ ਸਕਦੇ ਸ਼ੁੱਧ। ਬਸ ਐਵੇਂ ਮਨਮੁਖ ਵਿਦਿਆ ਬਿਕਰਦਾ, ਬਿਕ ਖੱਟੇ ਬਿਕ ਖਾਏ, ਸਾਡਾ ਤਾਂ ਇਹ ਹਾਲ ਹੋ ਗਿਆ। ਵਿਦਿਆ ਵੇਚਣੀ ਸ਼ੁਰੂ ਕਰਤੀ, ਜ਼ਹਿਰ ਖੱਟਦੇ ਹਾਂ ਅਤੇ ਜ਼ਹਿਰ ਹੀ ਖਾਂਦੇ ਹਾਂ। ਬਿਕ ਖੱਟੇ ਬਿਕ ਖਾਏ। ਓਂਕਾਰ ਦੱਖਣੀ ਓਂਕਾਰ ਬਾਣੀ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਬਚਨ ਨੇ ਕੀ ਬਖਸ਼ਿਸ਼ ਕਰਦੇ ਨੇ। गुर शब्द दृढ़ाया, गुरु का शब्द पक्का करे, की मिल गया फिर परम पद पाया। परम पद वो प्राप्ति मुख रूप दे विच परम पदवी वाली, जिथे सानू सारिਆਂ ਦਾ साडा भविख है, वो मिल गया। दुतिया गए सुख हो, दुतिया मैंने दूजा भाव दवैत भाव निकल गया तो सुख मिल गया। सुख ना होने का कारण की है? द्वैत भावना, ईर्खा। एवं ईर्खा करी जाने, अंदर दूजा भाव, दो भाव चली जाने, किसी को चंगा समझ लिया, किसी को माड़ा, किसी को किमें, वो निकल गया। बिसर गई सब तात पराई, जब ते साध संगत मोहे पाई। उरों कुछ आप गुण ग्रहण करना है। गुरु महाराज वचन करते हैं कि तेरी जी पराई ईर्ख है ना, साड़ा ये निकल जूगा, बिसर जाएगा, भुल जूगा, मत च नहीं रहूगा। जब ते जदों तो मैं सत्संगत करनी शुरू की, क्योंकि गुरु ने उपदेश दृढ़ कराता, पक्का कराता भी आ करना है, आ नहीं करना। आप इत्थे ही सिखाने ने सारे, इत्थे सिखाउण नहीं कोई आउंदा, माफ़ करना, ये भुलेखे च नहीं भी मैं सिखाउणा है, सारे सिखण लई आए होए हैं। ये गुरु महाराज किरपा बख्शे किसी शरीर से करते हैं, जिमें मर्जी की तो मर्जी सेवा लै सकते हैं, सुनाउण दी ये अपनी इच्छा उन्होंने। आप ये नहीं कुछ कर सकते, पर ये नहीं कि सुनाउण वाले नूं सारा कुछ आउंदा, नहीं, वो भी उसे घेरे च हैगा, वो भी विद्यार्थी है। पूरे आप सारे विद्यार्थी हैं, सुनाउण वाला भी विद्यार्थी, सुनने वाला भी विद्यार्थी। ये नहीं भुलेखे च पैना मैं पता नहीं कि नहीं, सारे विद्यार्थी हैं गुरु दे, चेले आप गुरु अपना। धन धन साहिब श्री गुरु ग्रंथ महाराज जो अपन उपदेश बख्श करते हैं। किसी की ड्यूटी लाती चल तू सुना, उन्हें सुनाना शुरू करता है, तो चेले ही है। पर कई बार ऐ भी हमें हो जाता भुलेखा भी मैं पता नहीं, ऐ नहीं मनना, माफ़ करना। गुर शब्द दृढ़ाया, परम पद पाया, द्वितीय गए सुख हो, फिर सुख ही सुख है। जो उधर कोई रौले नहीं, फिर कहता दुख है, क्योंकि मेरे आधार पर तो सृष्टि चलती नहीं। अकाल पुरख वाहिगुरू ने जिन्होंने जो देना उन्हें देना है, आप की कर सकते हैं। आप कोई रोड़ा टकाने की कोशिश करिए तो माड़ी गल ही है, उन्होंने तो मिल ही जाना। जे किसी के कर्मां 'च सुख उन्हें लिखा है भोगना, तो उन्होंने कौन दुखी कर सकता है? कर सकता कोई? जिन्हें मर्जी यतन करी जाओ, नहीं कर सकता। वो आनंद 'च कोई विघन पा सकता? नहीं पा सकता, क्योंकि वो चाहता है। सानू समाज दे विच वो उपदेश लैके मनना चाहिए कि कर्म ही आपो अपने है। पर मैनू जो मौका मिले ना, मैं हुण इहदे की सुधार कर सकदा। मैं आपदियां कमजोरियां दूजे ने दूर करने की बजाय आपदियां करके जावां, फिर तो कोई फायदा होया मैनू। मेरियां आपदियां तां नक्को नक्क भरिया, दूजे ने छांटनियां शुरू करतियां भी तुहाडे च आह कमजोरी है, जो ऐं करदा जी, उहनूं बिंदी लाउंदा, जो टिप्पी लाउंदा जी, आह करदा जी। भी भले हो अपनी कमजोरी दूर करो। आप सब अपने आप को संवारना है। आप सवारै मैं मिला, मैं मिलिया, असीं दूजे नूं संवारन ते लग गए। महाराज कहते मैं तो मिलूँगा, मैं मिलिया सुख होई, सुख तां जो मैं मिलूँगा। मिलूँगा किवें? जे आपे नूं संवारेगा। आपे नूं किवें संवारांगे? जे आपदे अंदर चलांगे। सुन के पहले मैं देखा मेरे च कमजोरियां ने सारियां, मैं मन्ना गुरु साहब दे कि महाराज मैनूं मेरे च कोई गुण नहीं, सब अवगुण, सब अवगुण, मैं गुण ना ही कोई। कि कर कंत मिलावा, मेरे सारे अवगुण अवगुण, दसो मैं किवें करां? किवें तेरे नाल मिलाप होगा?
तेरे मिलाप तो बिना सुख है ही नहीं। कहो नानक भव सागर तरिया, हर निध पाई सहजो। इस शब्द की आखिरी पंक्ति है। कहो नानक, गुरु जी फरमान करते हैं, भव सागर, भाव मैंने होंगे विचाले भटकी जाना, ना उस किनारे दे ना उस किनारे दे, सागर दे विचाले किधर किसी कंढे ही नहीं लग्या। भंबल भूसा जे किते कोई आ जाता ना कई बारी छल इस तरह तूफान, तो विचाले बेड़ी फस जाती है, जो कट बहुत औखे है। जो मलाह वधिया फिर लै जाता है, नहीं कढ़ सकता। भव सागर तरिया, ये संसार भव सागर गुरु नानक पातशाह फरमान करते हैं कि तरिया गया। हर निध पाई सहजो, सहजे हरी निधि मैंने खजाना, वो अकाल पुरख वाहिगुरू ने मेरे ते बख्शिश कर दी, किरपा कर दी। तो सहजो सहजे विच सहज च आवांगे। पहलां आपां ज्यों ज्यों बाणी पढ़ूगा व्यक्ति का सहज वधदा जाऊगा, भज नठ भटकना घटती जाऊगी। ये एक निशानी है कि आप सही पासे जा रहे हैं। जे वधी जाती है फिर किते गड़बड़ है, ये चेक करना। जे बाणी पढ़ी जाता है, गुस्सा भी उदों वध आउण लग गया, क्रोध उदों वध आउण लग गया, जिहड़े विकार ने वो होर वध रूप च आउण लग गए, फिर तो मतलब साडे किते ना किते कोई फर्क है। जे कोई सहज आउण लग गया, बोलने च मिठास आउण लग गई, कुछ समझ गुरु की महाराज की कृपा नाल आई, तो फिर सहज आ गया, टिका आ गया, फिर भज्जा नट्ठी थोड़ी जी घटी, घटती सही टिकन लग गया। नहीं तो बह ही नहीं सकता 10 मिनट इत्थे, क्योंकि सहज तो है ही नहीं। टिका चाहिए ना, जे टिका हो तो बैठो। माफ करना, जेडे कोई उच्च पदवियां तक पहुँचे ने ना पुराने, जिन्हों का कोई अभ्यास है, मैं चलो ये खुद आप देखा तजर्बा कि उन्होंने कितना अभ्यास होगा पहला जो हुण, कि 5-5 4-4 घंटे का भी चौंकड़ा उन्होंने लगा रहा है। जे 10 बजे तो 2 बजे तक तो समागम ना, 10 बजे बह के 2 बजे हिलना, बैठे 5 मिनट 10 तो मासे जान। असी भी बहने हैं, माफ़ करना, असी किते सतसंगत च बैठना सानू औखा लगता है, वो समा सानू वध लगता है। छेती कर कदों कन्ने काली चाहते हैं, आनंद कारज छेती निबेड़ दो जी, काली करो बल्ली लेट हो गई, आ हो गई वाह हो गया, भी भले हो। यही तो कम है, मुख काम यही है। ये तो ला दो 2 घंटे 4 घंटे, जे गुरु दे आप बैठा हजूरी च, उत्थे कोई पल्ले पैना, उत्थे साडियां झोलियां भरियां जानियां, आरकैस्ट्रा वाले नहीं भरनियां। हुण साडी तो बिरती खिंडी रहिंदी है भी चलो उत्थे बह लें 3 घंटे, उन्होंने कहते होर ला जा, वो कहता मैं 3 घंटे के पैसे ले, कहते कोई नहीं मामा दे दूगा, माफ़ करना 1 घंटा ये वालों ला जा, की लिया वो तो पहले ही भरिया पिया अंदर। सो गुरमत की संदेश दिंदी है, गुरमत सानू की उपदेश दिंदी है, माफ़ करना वो जरूरी है। अगर गुरु की संगत के विच आवांगे, गुरु का बाणी पढ़ांगे, उपदेश दृढ़ गुरु का करांगे, जो मंत्र गुरु का वो गुरमंत्र दृढ़ हो गया, तो सारे सुखी सुख ने, ये लोग सुखिया परलोक सहेले। गुरु महाराज ने इन्ना प्यारा धर्म सारे संसार के लिए बख्शिश किया, गुरसिखां लई स्पैशली है, क्योंकि आवो सिख सतगुरु के पैरों गावो सच्ची बाणी। सो ये महाराज की कृपा नाल सतसंग गुरु के अपने शब्द के विचार के साझ बनाने के यतन किए हैं, क्योंकि बाणी समुंदर है, अथाह है, अगम है, साडी कोई समर्था नहीं है। गुरु महाराज आप बिच वरत के सेवा लेंदे ने, बख्शिश करते हैं, तो फिर भी अनेकों भुलां त्रुटियां शब्द विचार नाल साझ बनाते समय होंदियां ने। सो सतगुरु समर्थ बख्शण योग ने, संगत जो गुरु का रूप है बख्शण योग है। होइयां भुलां बख्श देना जी, होइयां भुलां दी खिमा बुलाओ फतेह। वाहिगुरू जी का खालसा, वाहिगुरू जी की फतेह।